ਵੈਲਕਮ ਟੂ ਐਕਸੀਲਰੇਟਰ ਕਲਾਸਿਸ। ਜਿਵੇਂ ਕਿ ਅਸੀਂ ਇਸ ਕਲਾਸ ਦੇ ਵਿੱਚ ਚੈਪਟਰ ਡਿਸਕਸ ਕਰ ਰਹੇ ਹਾਂ ਮੈਗਨੈਟਿਕ ਇਫੈਕਟ ਆਫ ਕਰੰਟ, ਤੇ ਅੱਜ ਅਸੀਂ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਉਹਦੇ ਵਿੱਚ ਨੈਕਸਟ ਟੌਪਿਕ ਦੇਖਾਂਗੇ। ਤੇ ਅੱਜ ਸਾਡਾ ਵਿਸ਼ਾ ਵਾ ਫੋਰਸਿਸ ਬਿਟਵੀਨ ਟੂ ਇਨਫਾਈਨਾਈਟਲੀ ਲੌਂਗ ਸਟੇਟ ਪੈਰਲਲ ਕਰੰਟ ਕੈਰਿੰਗ ਕੰਡਕਟਰ। ਮਤਲਬ ਸਾਡੇ ਕੋਲੋਂ ਕੀ ਆ ਕਿ ਦੋ ਕੰਡਕਟਰ ਆ ਜਿਹੜੇ ਕੀ ਆ ਪੈਰਲਲ ਆ, ਤੇ ਦੋਨਾਂ ਦੇ ਵਿੱਚੋਂ ਕੀ ਆ ਕਰੰਟ ਫਲੋ ਕਰ ਰਿਹਾ ਵਾ। ਅਸੀਂ ਇੱਥੇ ਕੀ ਕਰਦੇ ਆ, ਦੋ ਕੰਡਕਟਰ ਬਣਾ ਲੈਂਦੇ ਆ ਕਿ ਅਸੀਂ ਪਹਿਲਾਂ ਮੰਨ ਲੈਂਦੇ ਆ ਕਿ ਦੋਨਾਂ ਦੇ ਵਿੱਚ ਅਪਵਰਡ ਉੱਪਰ ਨੂੰ ਕਰੰਟ ਜਿਹੜਾ ਵਾ ਉਹ ਫਲੋ ਕਰ ਰਿਹਾ ਵਾ, ਤੇ ਇਸ ਕੰਡਕਟਰ ਦੇ ਵਿੱਚ ਕਰੰਟ ਫਲੋ ਕਰ ਰਿਹਾ ਵਾ I1 ਤੇ ਇਸ ਕੰਡਕਟਰ ਦੇ ਵਿੱਚ ਕਰੰਟ ਫਲੋ ਕਰ ਰਿਹਾ ਵਾ I2। ਸੋ ਸਟੇਟਮੈਂਟ ਦੇ ਮੁਤਾਬਕ ਜਾਂ ਇਸ ਆਰਟੀਕਲ ਦੇ ਹੈਡਿੰਗ ਦੇ ਮੁਤਾਬਕ ਸਾਡੇ ਕੋਲੋਂ ਕੀ ਆ, ਦੋ ਕਰੰਟ ਕੈਰਿੰਗ ਕੰਡਕਟਰ ਵਾ, ਤੇ ਜਿਹੜੇ ਆਪਸ ਦੇ ਵਿੱਚ ਕੀ ਆ ਪੈਰਲਲ ਆ, ਤੇ ਇਹਨਾਂ ਦੀ ਲੈਂਥ ਕੀ ਆ ਇਨਫਾਈਨਾਈਟ ਲੌਂਗ ਆ। ਅਸੀਂ ਦੇਖਣਾ ਚਾਹੁੰਦੇ ਆ ਕਿ ਜੇਕਰ ਇਹ ਦੋ ਪੈਰਲਲ ਕੰਡਕਟਰ ਦੋਨਾਂ ਦੇ ਵਿੱਚੋਂ ਕਰੰਟ ਫਲੋ ਹੋ ਰਿਹਾ ਵਾ, ਤੇ ਕੀ ਇਹ ਇੱਕ ਦੂਜੇ ਦੇ ਉੱਪਰ ਮੈਗਨੈਟਿਕ ਫੀਲਡ ਲਗਾਉਂਦੇ ਆ। ਤੇ ਜੇਕਰ ਇਹ ਮੈਗਨੈਟਿਕ ਫੀਲਡ ਲਗਾਉਂਦੇ ਆ, ਮਤਲਬ ਮੇਰੇ ਕਹਿਣ ਦਾ ਕਿ ਜੇਕਰ ਇਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਵਾ ਤੇ ਇਹ ਕੀ ਕਰੇਗਾ, ਇਹ ਮੈਗਨੈਟਿਕ ਫੀਲਡ ਬਣਾਏਗਾ। ਹੁਣ ਜਿਹੜਾ ਇਹ ਮੈਗਨੈਟਿਕ ਫੀਲਡ ਬਣਾਏਗਾ ਉਹ ਕਿੰਨੇ ਐਕਸਪੀਰੀਅੰਸ ਕਰਨਾ ਵਾ, ਉਹ ਇਸ ਕੰਡਕਟਰ ਨੇ ਐਕਸਪੀਰੀਅੰਸ ਕਰਨਾ ਵਾ, ਕਿਉਂਕਿ ਸਾਨੂੰ ਪਤਾ ਵਾ ਕਿ ਮੈਗਨੈਟਿਕ ਫੀਲਡ ਦੇ ਵਿੱਚ ਕੀ ਹੁੰਦਾ ਵਾ, ਚਾਰਜ ਦੇ ਉੱਪਰ ਫੋਰਸ ਲੱਗਦੀ ਆ। ਤੇ ਇਸ ਕੰਡਕਟਰ ਦੇ ਵਿੱਚੋਂ ਜੇਕਰ ਅਸੀਂ ਇਹ ਗੱਲ ਕਹਿੰਦੇ ਆ ਕਿ ਕਰੰਟ ਫਲੋ ਕਰ ਰਿਹਾ ਵਾ, ਤੇ ਇਹਦਾ ਮਤਲਬ ਕੀ ਆ, ਇਹਦਾ ਮਤਲਬ ਤੇ ਇਹੀ ਆ ਨਾ ਕਿ ਇਹਦੇ ਵਿੱਚੋਂ ਚਾਰਜ ਫਲੋ ਕਰ ਰਿਹਾ ਵਾ। ਤੇ ਜੇਕਰ ਚਾਰਜ ਫਲੋ ਕਰ ਰਿਹਾ ਵਾ ਤੇ ਇਸ ਨੇ ਕੀ ਕੀਤਾ, ਮੈਗਨੈਟਿਕ ਫੀਲਡ ਬਣਾਇਆ, ਤੇ ਇਹਦੇ ਚਾਰਜਸ ਦੇ ਉੱਪਰ ਕੀ ਲੱਗਣੀ ਆ, ਫੋਰਸ ਲੱਗਣੀ ਆ। ਤੇ ਇਸੇ ਤਰੀਕੇ ਨਾਲ ਹੁਣ ਜਦੋਂ ਇਹਦੇ ਵਿੱਚ ਕਰੰਟ ਫਲੋ ਕਰ ਰਿਹਾ ਵਾ ਤੇ ਇਹ ਕੀ ਕਰੇਗਾ, ਇਹਦੇ ਚਾਰਜਸ ਦੇ ਉੱਪਰ ਫੋਰਸ ਲਗਾਏਗਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਦੋਨੋਂ ਜਿਹੜੇ ਕੰਡਕਟਰ ਵਾ ਇਹ ਕੀ ਆ, ਆਪਣੇ ਆਲੇ ਦੁਆਲੇ ਮੈਗਨੈਟਿਕ ਫੀਲਡ ਬਣਾਉਣਗੇ, ਆਪੋ ਆਪਣਾ ਮੈਗਨੈਟਿਕ ਫੀਲਡ ਬਣਾਉਣਗੇ। ਤੇ ਉਸ ਮੈਗਨੈਟਿਕ ਫੀਲਡ ਨੇ ਕੀ ਕਰਨਾ ਵਾ, ਦੂਸਰੇ ਕੰਡਕਟਰ ਦੇ ਚਾਰਜ ਕੈਰੀਅਰ ਦੇ ਉੱਪਰ ਕੀ ਕਰਨਾ, ਫੋਰਸ ਲਗਾਉਣੀ ਆ। ਸੋ ਅਸੀਂ ਇਹਨੂੰ ਸ਼ੁਰੂ ਕਰਦੇ ਹਾਂ। ਅਸੀਂ ਪਹਿਲਾਂ ਲਿਖ ਲਵਾਂਗੇ ਕਿ ਕੰਸੀਡਰ ਸਾਡੇ ਕੋਲੋਂ ਕੀ ਆ, ਦੋ ਕੰਡਕਟਰ ਵਾ, ਇਨਫਾਈਨਾਈਟਲੀ ਲੌਂਗ ਕੰਡਕਟਰ ਵਾ, ਤੇ ਜਿਨ੍ਹਾਂ ਦੇ ਵਿੱਚ ਕਰੰਟ ਕਿਵੇਂ ਫਲੋ ਕਰ ਰਿਹਾ ਵਾ, I1 ਤੇ I2 ਰਿਸਪੈਕਟਿਵਲੀ ਕਰੰਟ ਫਲੋ ਕਰ ਰਿਹਾ ਵਾ। ਹੁਣ ਦੇਖੋ ਬਾਇਓਟ-ਸੇਵਰਟਸ ਲਾ ਦੇ ਵਿੱਚ ਆਪਾਂ ਦੇਖਿਆ ਵਾ ਕਿ ਕਿਸੇ ਕੰਡਕਟਰ ਦੁਆਰਾ R ਦੂਰੀ ਦੇ ਉੱਪਰ ਕਿੰਨਾ ਮੈਗਨੈਟਿਕ ਫੀਲਡ ਬਣਦਾ ਵਾ। ਆਪਾਂ ਕੀ ਕਰਦੇ ਆ, ਇਸ ਦੂਰੀ ਨੂੰ R ਦੂਰੀ ਕਹਿ ਲੈਂਦੇ ਆ, ਤੇ ਸਾਨੂੰ ਪਤਾ ਵਾ ਕਿ ਕਿਸੇ ਕੰਡਕਟਰ ਦੁਆਰਾ R ਦੂਰੀ ਦੇ ਉੱਪਰ ਮੈਗਨੈਟਿਕ ਫੀਲਡ ਬਣਦਾ ਵਾ μ0I 2πr। ਇਹ ਚੀਜ਼ ਅਸੀਂ ਪ੍ਰੂਵ ਕਰ ਚੁੱਕੇ ਆ। ਤੁਸੀਂ ਬੇਸ਼ੱਕ ਐਂਪੀਅਰ ਲਾ ਦੇ ਵਿੱਚ ਚੈੱਕ ਕਰ ਸਕਦੇ ਜੋ, ਤੇ ਚਾਹੇ ਬਾਇਓਟ-ਸੇਵਰਟਸ ਲਾ ਦੇ ਵਿੱਚ ਚੈੱਕ ਕਰ ਸਕਦੇ ਜੋ। ਤੁਸੀਂ ਉਹਦੇ ਵਿੱਚ ਇਹ ਰਿਜ਼ਲਟ ਪਾਓਗੇ ਕਿ ਇੱਕ ਕੰਡਕਟਰ ਜਿਹੜਾ ਵਾ R ਦੂਰੀ ਦੇ ਉੱਪਰ ਕਿੰਨਾ ਮੈਗਨੈਟਿਕ ਫੀਲਡ ਬਣਾਉਂਦਾ ਵਾ। ਹੁਣ ਆਪਾਂ ਪਹਿਲੇ ਕੰਡਕਟਰ ਦੀ ਗੱਲ ਕਰਦੇ ਹਾਂ। ਹੁਣ ਦੇਖੋ ਫਸਟ ਕੰਡਕਟਰ ਮੈਂ ਕਿਹਨੂੰ ਕਹਿ ਰਿਹਾ ਵਾਂ, ਜਿਹਦੇ ਵਿੱਚ I1 ਕਰੰਟ ਫਲੋ ਕਰ ਰਿਹਾ ਵਾ। ਹੁਣ ਦੇਖੋ ਫॉर ਫਸਟ ਕੰਡਕਟਰ ਕੀ ਕਰੇਗਾ, ਫਸਟ ਕੰਡਕਟਰ ਦੇ ਵਿੱਚੋਂ I1 ਕਰੰਟ ਫਲੋ ਕਰ ਰਿਹਾ ਵਾ, ਤੇ ਇਹ ਕੀ ਬਣਾਏਗਾ, ਇਹ B1 ਮੈਗਨੈਟਿਕ ਫੀਲਡ ਬਣਾਏਗਾ, ਮਤਲਬ ਪ੍ਰੋਡਿਊਸ B1 ਮੈਗਨੈਟਿਕ ਫੀਲਡ। ਇਹਨੇ B1 ਮੈਗਨੈਟਿਕ ਫੀਲਡ ਬਣਾਇਆ। ਸੋ ਜੇਕਰ ਇਹਨੇ B1 ਮੈਗਨੈਟਿਕ ਫੀਲਡ ਬਣਾਇਆ ਨਾ ਆਪਣੇ ਆਲੇ ਦੁਆਲੇ, ਜੇ ਮੈਂ 1 ਮਿੰਟ ਲਈ ਉਸ ਮੈਗਨੈਟਿਕ ਫੀਲਡ ਨੂੰ ਬਣਾਵਾਂ ਵੀ, ਤੇ ਉਹ ਇਸ ਤਰੀਕੇ ਦੀਆਂ ਐਂਪੀਰੀਅਨ ਲੂਪਸ ਬਣਨੀਆਂ ਵਾ, ਇਸ ਤਰੀਕੇ ਦੀਆਂ। ਹੁਣ ਇਹ ਜਿਹੜਾ ਇਹਨੇ ਮੈਗਨੈਟਿਕ ਫੀਲਡ ਬਣਾਇਆ ਵਾ, ਇਹ ਕਿੰਨੇ ਐਕਸਪੀਰੀਅੰਸ ਕਰਨਾ ਵਾ, I2 ਨੇ। ਮਤਲਬ I2 ਕੰਡਕਟਰ ਜਿਸ ਦੇ ਵਿੱਚ ਕਰੰਟ I2 ਫਲੋ ਕਰ ਰਿਹਾ ਵਾ ਨਾ, ਉਹਨੇ ਕੀ ਕਰਨਾ ਵਾ, ਇਸ ਮੈਗਨੈਟਿਕ ਫੀਲਡ ਨੂੰ ਐਕਸਪੀਰੀਅੰਸ ਕਰਨਾ ਵਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਸ ਕੰਡਕਟਰ ਦੇ ਵਿੱਚ ਜਿਹੜੇ ਚਾਰਜ ਕੈਰੀਅਰ ਆ ਨਾ, ਜਿਹੜੇ ਕਰੰਟ ਬਣਾ ਰਹੇ ਆ, ਉਹਨਾਂ ਨੇ ਕੀ ਕਰਨਾ ਵਾ, ਇਹਦਾ ਮੈਗਨੈਟਿਕ ਫੀਲਡ ਐਕਸਪੀਰੀਅੰਸ ਕਰਨਾ ਵਾ। ਤੇ ਇਹਦਾ ਮੈਗਨੈਟਿਕ ਫੀਲਡ ਐਕਸਪੀਰੀਅੰਸ ਕਰਨਗੇ ਤੇ ਕਿੰਨੀ ਫੋਰਸ ਲੱਗਣੀ ਆ, ਸਾਨੂੰ ਪਤਾ ਵਾ ਕਿ ਮੈਗਨੈਟਿਕ ਫੀਲਡ ਦੇ ਵਿੱਚ ਕਿੰਨੀ ਫੋਰਸ ਲੱਗਦੀ ਆ। ਜਾਂ ਤੇ ਅਸੀਂ ਲਿਖ ਲੈਂਦੇ ਆ QVB, ਤੇ ਜਾਂ ਅਸੀਂ ਲਿਖ ਲੈਂਦੇ ਆ F = ILB। ਅਸੀਂ ਦੋ ਰੂਪ ਦੇ ਵਿੱਚ, ਦੋ ਤਰੀਕਿਆਂ ਦੇ ਨਾਲ ਮੈਗਨੈਟਿਕ ਫੀਲਡ ਦੀ ਜਿਹੜੀ ਆ ਜਾਂ ਮੈਗਨੈਟਿਕ ਫੋਰਸ ਦੀ ਜਿਹੜੀ ਇਕੁਏਸ਼ਨ ਆ ਉਹ ਲਿਖਦੇ ਆ। ਆਪਾਂ ਇਸ ਆਰਟੀਕਲ ਦੇ ਵਿੱਚ ਇਹ ਵਾਲੀ ਇਕੁਏਸ਼ਨ ਵਰਤਦੇ ਆ, F = ILB।
क्यों ये वाली वरतते हैं, ये वाली क्यों नहीं वरत रहे, क्योंकि सानू की आ करंट दिता होया वा I1 ते I2 ते असी ये वाली इक्वेशन वरतते हैं। हुण देखो जेकर मैं कहां कि इस कंडक्टर द्वारा जिहड़ा पैदा किया मैगनैटिक फील्ड वा उन्हें किहदे ते फोर्स लाउणी आ, इहदे ते किन्नी लाउणी आ। मैं इत्थे लिख दिंदा वां कि किन्नी लाउणी आ, F21। देखो F21 दा की मतलब आ, इहदा मतलब आ कि F दे उपर ते 1 दे द्वारा, F दे उपर लगनी आ, किहदे द्वारा लगनी आ, 1 दे द्वारा लगनी आ। हुण आपां ओह गल कर रहे हैं ना कि मतलब फोर्स किहड़ी लगनी आ, दूसरे कंडक्टर दे उपर लगनी आ, किहदे द्वारा, 1 नंबर कंडक्टर दे द्वारा। ये साडा 1 नंबर कंडक्टर वा, ये साडा 2 नंबर कंडक्टर वा, ते आपां लिख लिया कि 2 दे उपर लगनी आ, 1 दे द्वारा किन्नी लगनी आ, सानू पता वा कि 2 दे विच किन्ना करंट फ्लो कर रहा वा, 2 दे विच I2 कर रहा वा। L असी लेंथ लिख लांगे जिन्नी लेंथ जिहड़ी सामने आ, ते B की आ, पहले द्वारा मैगनैटिक फील्ड। इस इक्वेशन नूं थोड़ा जिहा ध्यान नाल देखिया जाए कि मैं की लिखिया वा। ये मैं इक्वेशन बनाई आ कि सैकेंड कंडक्टर दे उपर पहले कंडक्टर द्वारा किन्नी फोर्स लगदी आ। ये मैं कित्थों बनाई आ, क्योंकि मेरे कोलों जनरल इक्वेशन की सी, मेरे कोलों जनरल इक्वेशन ए वाली सी, F इज इक्वल टू ILB, ते मैं ਇਹਦੇ द्वारा ਇੱਥੇ बनाया मैगनैटिक फील्ड ਜਿਹੜਾ ਵਾ ਉਹ ਕਿੰਨਾ ਵਾ, B1 ਵਾ। मतलब ਇਹ ਕਿਹੜਾ मैगनैटिक फील्ड बनाएगा, B1 बनाएगा। ਤੇ ਉਸ मैगनैटिक फील्ड ਦੀ डायरेक्शन ਕਿੱਧਰ ਨੂੰ ਹੋਏਗੀ, ਕਰੰਟ ਅਸੀਂ ਅੰਗੂਠੇ ਦੀ डायरेक्शन 'ਚ ਰੱਖਦੇ ਹਾਂ ਤੇ B1 ਕੀ ਆ, ਅੰਦਰ ਨੂੰ ਜਾਏਗਾ। ਅਸੀਂ ਕੀ ਕਵਾਂਗੇ, B1 मैगनैटिक फील्ड ਜਿਹੜਾ ਵਾ ਉਹਦੀ डायरेक्शन ਕੀ ਆ, ਅੰਦਰ ਨੂੰ ਵਾ। ਹੁਣ B1 मैगनैटिक फील्ड ਦੀ ਰੇਂਜ ਦੇ ਵਿੱਚ ਕਿਹੜਾ ਕੰਡਕਟਰ ਆ ਗਿਆ, I2। ਤੇ ਜੇ I2 करंट वाला कंडक्टर B1 मैगनैटिक फील्ड दे विच वा ते I1 वाले कंडक्टर दे उपर की आ, फोर्स लगनी आ। वो फोर्स किन्नी लगनी आ, F21। ते करंट इत्थे I2 आना वा, इत्थे I1 नहीं आना। मतलब I2 करंट फ्लो कर रहा वा किहदे चों, सैकेंड कंडक्टर चों। L की आ, ओदी लेंथ। ते मैगनैटिक फील्ड किहड़ा वा, जिहड़ा I2 वाला कंडक्टर वा ना, वो किहड़े मैगनैटिक फील्ड दे विच वा, B1 वाले विच वा। इस गल नूं थोड़ा जिहा ध्यान देण दी जरूरत आ कि मैं इत्थे ये इक्वेशन किवें लिखी आ। मतलब सैकेंड कंडक्टर दे उपर पहले दे द्वारा। हुण इत्थे जिहड़ा I आउणा वा ना, I1 नहीं आउणा, I2 आउणा वा। इहदे वाला I2 ते इस कंडक्टर दा B1 ते इहदी लेंथ। हुण ये साडे कोलों की आ गया वा, F21 आ गया। ये किहदे उपर फोर्स लग रही आ, L लेंथ दे उपर। जेकर असी कढ़ना होवे कि 1 यूनिट लेंथ दे उपर किन्नी फोर्स लगदी है, तो असी की करदे आ, इस L नूं इधर डिवाइड कर दिंदे आ ते साडे कोलों की बनिया, F21 L इज इक्वल टू I2। हुण आपां B1 दी वैल्यू लिख लैंदे आ। B किहदे बराबर आ, B इज इक्वल टू μ0 I 2 पाई R। तो जेकर असी B1 दी लिखनी होवे ते B1 इत्थे मैं लगावांगा ना, तो फिर मैं इत्थे I1 लगा दांगा। मैं इत्थे मेरे कोलों जिहड़ी वैल्यू आएगी I2 μ0 I1 2 पाई R। हुण देखो इहदे विच ये जिहड़ी वैल्यू आ ना, आ वाली, ये किहदी वैल्यू आ, ये वैल्यू आ B1 दी। ते ये वाला करंट किहदा वा, ये सैकेंड कंडक्टर दा वा, जिन्ने इस मैगनैटिक फील्ड नूं एक्सपीरियंस करना वा। ते मेरे कोलों जिहड़ी इक्वेशन बनी आ, वो की बनी आ, जिहड़ी सैकेंड कंडक्टर दे उपर जिहड़ी फोर्स लगनी आ पर यूनिट लेंथ, ये की आ, दिस इज द फोर्स ऑन कंडक्टर टू, फोर्स ऑन कंडक्टर टू ऑन पर यूनिट लेंथ, ऑन पर यूनिट लेंथ। 1 यूनिट लेंथ के उपर जी फोर्स लगनी आ, मैं इनू की कह दिंदा वा, 1 नंबर कह दिंदा वा। तो जे मैं इस फोर्स की डायरैक्शन पता करनी हो तो मैं फ्लेमिंग के लैफ्ट हैंड रूल तो डायरैक्शन पता कर सकदा वा। असीं 10th क्लास के भी पढ़िया वा कि फ्लेमिंग का लैफ्ट हैंड रूल सानू की दसदा वा कि फोर्स किधर नूं लगनी। असीं लैफ्ट हैंड रूल के की पढ़िया वा कि जिहड़ा थंब आ, ये की आ, ये फोर्स वा, तो यह वाली जी उंगल आ, ये की आ, मैगनैटिक फील्ड आ, तो ये वाली उंगल जी आ करंट की डायरैक्शन को रिप्रजेंट करती आ। आपां फोर्स पता करते हैं। हुण फोर्स पता करने वास्ते आपां ये करंट की आ, इहदे वाला,
ਕਰੰਟ ਉੱਪਰ ਨੂੰ ਜਾ ਰਿਹਾ ਵਾ, ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੀ ਆ, ਅੰਦਰ ਨੂੰ ਆ, ਤੇ ਇਹ ਜਿਹੜਾ ਅੰਗੂਠਾ ਕਿੱਧਰ ਨੂੰ ਗਿਆ, ਇਹ ਅੰਗੂਠਾ ਜਿਹੜਾ ਵਾ ਇੱਧਰ ਨੂੰ ਗਿਆ ਇਸ ਡਾਇਰੈਕਸ਼ਨ ਦੇ ਵਿੱਚ। ਇਹਦਾ ਮਤਲਬ ਜਿਹੜੀ F21 ਫੋਰਸ ਲੱਗ ਰਹੀ ਆ ਨਾ, ਉਹ ਕਿੱਧਰ ਨੂੰ ਲੱਗ ਰਹੀ ਆ, ਅੰਦਰ ਨੂੰ ਲੱਗ ਰਹੀ ਆ। ਮਤਲਬ ਇਸ ਕੰਡਕਟਰ ਨੇ ਜਿਹੜਾ ਮੈਗਨੈਟਿਕ ਫੀਲਡ ਬਣਾਇਆ ਵਾ ਨਾ, ਉਸ ਮੈਗਨੈਟਿਕ ਫੀਲਡ ਨੇ ਇਹਦੇ ਚਾਰਜ ਕੈਰੀਅਰ ਦੇ ਉੱਪਰ ਫੋਰਸ ਲਾਈ ਤੇ ਉਹਨਾਂ ਨੂੰ ਕਿੱਧਰ ਨੂੰ ਖਿੱਚਿਆ, ਅੰਦਰ ਨੂੰ ਖਿੱਚਿਆ। ਤੇ ਸਾਡੇ ਕੋਲੋਂ ਉਸ ਫੋਰਸ ਦੀ ਇਕੁਏਸ਼ਨ ਕੀ ਆਈ ਆ, ਪਰ ਯੂਨਿਟ ਲੈਂਥ ਦੇ ਹਿਸਾਬ ਨਾਲ ਇਹ ਵਾਲੀ ਆਈ ਆ। ਹੁਣ ਅਸੀਂ ਕੀ ਕਰਦੇ ਆ, ਸਾਨੂੰ ਪਤਾ ਵਾ ਕਿ ਇਸ ਕੰਡਕਟਰ ਦੇ ਵਿੱਚ ਵੀ ਕੀ ਆ, ਕਰੰਟ ਫਲੋ ਕਰ ਰਿਹਾ ਵਾ, ਤੇ ਜੇਕਰ ਇਹਦੇ ਵਿੱਚ ਕਰੰਟ ਵੀ ਫਲੋ ਕਰ ਰਿਹਾ ਵਾ ਤੇ ਇਹ ਵੀ ਕੀ ਆ, ਆਪਣੇ ਆਲੇ ਦੁਆਲੇ ਮੈਗਨੈਟਿਕ ਫੀਲਡ ਬਣਾਏਗਾ। ਇਹ ਕਿਸ ਤਰੀਕੇ ਨਾਲ ਆਪਣੇ ਆਲੇ ਦੁਆਲੇ ਮੈਗਨੈਟਿਕ ਫੀਲਡ ਬਣਾਏਗਾ, ਇਸ ਤਰੀਕੇ ਨਾਲ ਬਣਾਏਗਾ। ਸਾਨੂੰ ਪਤਾ ਐਮਪੀਰੀਅਨ ਲੂਪਸ ਬਣ ਗਈਆਂ ਹਰ ਜਗ੍ਹਾ ਦੇ ਉੱਪਰ। ਹੁਣ ਦੇਖੋ, ਜੇਕਰ ਇਸ ਕੰਡਕਟਰ ਦੇ ਵਿੱਚ ਕਰੰਟ ਫਲੋ ਕਰ ਰਿਹਾ ਵਾ ਤੇ ਇਹਨੇ ਵੀ ਮੈਗਨੈਟਿਕ ਫੀਲਡ ਬਣਾਇਆ, ਤਾਂ ਹੁਣ ਜਿਹੜਾ ਇਹਨੇ ਮੈਗਨੈਟਿਕ ਫੀਲਡ ਬਣਾਇਆ ਵਾ ਨਾ, ਉਹਦੇ ਵਿੱਚ ਕਿਹੜਾ ਕੰਡਕਟਰ ਆ ਗਿਆ, ਉਹਦੇ ਵਿੱਚ ਪਹਿਲਾ ਕੰਡਕਟਰ ਆ ਗਿਆ। ਮੇਰੇ ਕਹਿਣ ਦਾ ਮਤਲਬ ਕਿ ਪਹਿਲੇ ਕੰਡਕਟਰ ਨੇ ਜਿਹੜਾ ਮੈਗਨੈਟਿਕ ਫੀਲਡ ਬਣਾਉਣਾ ਵਾ ਨਾ, ਉਹ ਕੀ ਆ, ਉਹ ਇਸ ਦੇ ਚਾਰਜ ਕੈਰੀਅਰ ਨੇ ਉਹਨੂੰ ਕੀ ਆ, ਐਕਸਪੀਰੀਅੰਸ ਕਰਨਾ ਵਾ, ਤੇ ਇਹਦੇ ਚਾਰਜ ਕੈਰੀਅਰ ਦੇ ਉੱਪਰ ਫੋਰਸ ਲੱਗਣੀ ਆ। ਤੇ ਨਾਲ ਹੀ ਜਿਹੜਾ ਇਹਨੇ ਮੈਗਨੈਟਿਕ ਫੀਲਡ ਬਣਾਉਣਾ ਵਾ I2 ਨੇ, ਉਹ ਕੀ ਆ, ਉਹਨੇ ਇਸ ਕੰਡਕਟਰ ਦੇ ਚਾਰਜ ਕੈਰੀਅਰ ਦੇ ਉੱਪਰ ਫੋਰਸ ਲਗਾਉਣੀ ਆ। ਤੇ ਆਪਾਂ ਦੇਖਣਾ ਵਾ ਕਿ ਉਸ ਫੋਰਸ ਦੀ ਇਕੁਏਸ਼ਨ ਕੀ ਆ ਤੇ ਉਹ ਫੋਰਸ ਲੱਗਦੀ ਕਿੱਧਰ ਨੂੰ ਆ। ਹੁਣ ਦੇਖੋ, ਇਹਦੇ ਵਿੱਚ ਕੀ ਆ, ਕਰੰਟ ਉੱਪਰ ਨੂੰ ਜਾ ਰਿਹਾ, ਤੇ ਇਸ ਜਗ੍ਹਾ ਤੇ ਮੈਗਨੈਟਿਕ ਫੀਲਡ ਪਤਾ ਕਰਨਾ ਹੋਵੇ ਤੇ ਇਸ ਜਗ੍ਹਾ ਤੇ ਮੈਗਨੈਟਿਕ ਫੀਲਡ ਅੰਦਰ ਨੂੰ ਬਣੇਗਾ। ਹੁਣ ਅੰਦਰ ਨੂੰ ਬਣੇਗਾ ਇਸ ਤਰੀਕੇ ਨਾਲ, ਇਧਰੋਂ ਅੰਦਰ ਬਣੇਗਾ ਤੇ ਸੈਂਟਰ ਦੇ ਵਿੱਚੋਂ ਕੀ ਆ, ਸੈਂਟਰ ਦੇ ਵਿੱਚੋਂ ਉਹ ਬਾਹਰ ਆਏਗਾ। ਜੇਕਰ ਤੁਸੀਂ ਇਸ ਜਗ੍ਹਾ ਦੀ ਗੱਲ ਕਰੋ, ਇਸ ਜਗ੍ਹਾ ਦੀ, ਤੇ ਇੱਥੇ ਮੈਗਨੈਟਿਕ ਫੀਲਡ ਕੀ ਆ, ਬਾਹਰ ਨੂੰ ਆਏਗਾ। ਮੈਂ ਇਹਦੀ ਡਾਇਰੈਕਸ਼ਨ ਲਿਖ ਦਿੰਦਾ ਵਾਂ ਇਸ ਤਰੀਕੇ ਨਾਲ, ਤੇ ਇਸ ਮੈਗਨੈਟਿਕ ਫੀਲਡ ਨੂੰ ਕੀ ਕਹਿ ਦਿੰਦਾ ਵਾਂ, B2 ਕਹਿ ਦਿੰਦਾ ਵਾਂ, ਕਿ ਇਸ ਸੈਂਟਰ ਵਾਲੀ ਜਗ੍ਹਾ ਤੋਂ ਇਸ ਕੰਡਕਟਰ ਦਾ ਮੈਗਨੈਟਿਕ ਫੀਲਡ ਬਾਹਰ ਨੂੰ ਆ ਰਿਹਾ ਵਾ, ਤੇ ਪਹਿਲੇ ਕੰਡਕਟਰ ਦਾ ਮੈਗਨੈਟਿਕ ਫੀਲਡ ਕੀ ਆ, ਅੰਦਰ ਨੂੰ ਜਾ ਰਿਹਾ ਵਾ। ਹੁਣ ਦੇਖੋ, ਆਪਾਂ ਡਾਇਰੈਕਸ਼ਨ ਪਤਾ ਕਰ ਲੈਂਦੇ ਆ ਕਿ ਇਹਦੇ ਮੈਗਨੈਟਿਕ ਫੀਲਡ ਨੇ ਇਸ ਕੰਡਕਟਰ ਤੇ ਕਿੱਧਰ ਨੂੰ ਫੋਰਸ ਲਗਾਉਣੀ ਆ। ਉਹੀ ਫਲੀਮਿੰਗ ਦਾ ਲੈਫਟ ਹੈਂਡ ਰੂਲ। ਫਲੀਮਿੰਗ ਦਾ ਲੈਫਟ ਹੈਂਡ ਰੂਲ ਕੀ ਕਹਿੰਦਾ, ਫਿਰ F, B ਤੇ I। ਮੈਗਨੈਟਿਕ ਫੀਲਡ ਕਿੱਧਰ ਨੂੰ ਆ, ਬਾਹਰ ਨੂੰ ਆ। ਕਰੰਟ ਕਿੱਧਰ ਨੂੰ ਆ, ਕਰੰਟ ਦੀ ਡਾਇਰੈਕਸ਼ਨ ਉੱਪਰ ਨੂੰ ਆ, ਕਿਉਂਕਿ ਕਰੰਟ ਹੁਣ ਆਪਾਂ ਇਹਦਾ ਦੇਖਣਾ ਵਾ। ਤੇ ਮੇਰਾ ਅੰਗੂਠਾ ਕਿੱਧਰ ਨੂੰ ਗਿਆ, ਮੇਰਾ ਅੰਗੂਠਾ ਇੱਧਰ ਨੂੰ ਗਿਆ ਵਾ। ਇਹਦਾ ਮਤਲਬ ਜਿਹੜੀ ਮੈਗਨੈਟਿਕ ਫੋਰਸ ਲੱਗਣੀ ਆ, ਉਹ ਕਿੱਧਰ ਨੂੰ ਲੱਗਣੀ ਆ, ਇੱਧਰ ਨੂੰ ਲੱਗਣੀ ਆ। ਇਸ ਤਰੀਕੇ ਨਾਲ ਆਪਾਂ ਕੀ ਲਿਖਾਂਗੇ ਇੱਥੇ, F12। ਆਪਾਂ ਇਸ ਫੋਰਸ ਦੀ ਕੈਲਕੂਲੇਸ਼ਨ ਕਰ ਲੈਂਦੇ ਆ ਕਿ ਹੁਣ ਆਪਾਂ ਕੀ ਕਰਦੇ ਆ, ਟੂ ਫਾਈਂਡ force on conductor 1। ਸੋ ਫॉर ਫਸਟ ਕੰਡਕਟਰ ਲਿਖਿਆ ਨਾ, ਤੇ ਇੱਥੇ ਤੁਸੀਂ ਫॉर ਸੈਕੰਡ ਕੰਡਕਟਰ ਵੀ ਲਿਖ ਸਕਦੇ ਜੋ। ਆਪਾਂ ਫੋਰਸ ਪਤਾ ਕਰਨੀ ਆ। ਹੁਣ ਦੇਖੋ, ਫੋਰਸ ਦਾ ਫਾਰਮੂਲਾ ਸਾਡੇ ਕੋਲੋਂ ਕੀ ਆ, F = ILB। ਤੇ ਇਸ ਕੰਡਕਟਰ ਨੇ ਜਿਹੜਾ ਮੈਗਨੈਟਿਕ ਫੀਲਡ ਬਣਾਉਣਾ ਵਾ B2, ਉਹਦਾ ਫਾਰਮੂਲਾ ਕੀ ਆ, ਆਪਾਂ ਇੱਥੋਂ ਹੀ ਲਿਖ ਲੈਣਾ ਵਾ ਕਿ μ0 ਕਰੰਟ ਕਿੰਨਾ B2 ਦੇ ਵਿੱਚ ਜਿਹੜਾ ਵਾ I2 2πr। r ਕੀ ਆ, ਡਿਸਟੈਂਸ ਦੋਨਾਂ ਦੀ। ਤੇ ਆਪਾਂ ਇਸ ਫੋਰਸ ਦੀ ਇਕੁਏਸ਼ਨ ਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਲਿਖਦੇ ਆ, F12 ਮਤਲਬ ਪਹਿਲੇ ਕੰਡਕਟਰ ਦੇ ਉੱਪਰ ਫੋਰਸ, ਦੂਜੇ ਦੇ ਦੁਆਰਾ। ਤੇ ਆਪਾਂ ਇੱਥੇ ਕੀ ਲਿਖਣਾ ਵਾ, I1 L ਤੇ B2। ਮੈਂ ਫਿਰ ਕਹਿ ਰਿਹਾ ਵਾਂ, ਇੱਥੇ ਦੇਖੋ F21 ਲਿਖਿਆ ਸੀ ਨਾ, I2 ਲਿਖਿਆ ਸੀ, ਜਿਹਦੇ ਉੱਪਰ ਫੋਰਸ ਲੱਗਣੀ ਨਾ, ਉਹਦਾ ਕਰੰਟ ਲਿਖਣਾ ਵਾ। ਹੁਣ ਇਹ ਵਾਲੀ ਫੋਰਸ ਜਿਹੜੀ ਆ, ਇਹ ਕਿਹਦੇ ਦੁਆਰਾ ਵਾ, ਇਹ 1 ਦੇ ਉੱਪਰ ਆ, ਔਨ 1/2, 2 ਦੇ ਦੁਆਰਾ। ਤੇ ਇਹਦਾ ਮਤਲਬ ਜਿਹੜਾ ਇੱਥੇ ਕਰੰਟ ਲਿਖਣਾ ਵਾ ਨਾ, ਉਹ ਕਿਹਦਾ ਲਿਖਣਾ ਵਾ, ਜਿਹਦੇ ਉੱਪਰ ਫੋਰਸ ਲੱਗ ਰਹੀ ਆ। I ਕਿਹੜਾ ਵਾ, ਜਿਹਦੇ ਉੱਪਰ ਫੋਰਸ ਲੱਗ ਰਹੀ ਆ। B ਕਿਹਦਾ ਵਾ, ਜਿਹਦੇ ਦੁਆਰਾ ਲੱਗ ਰਹੀ ਆ। ਤੇ ਆਪਾਂ ਕੀ ਲਿਖਤਾ, ਉੱਪਰ ਕਿਹਦੇ ਲੱਗ ਰਹੀ ਆ, I1 ਦੇ, ਤੇ ਦੁਆਰਾ ਕਿਹਦੇ ਲੱਗ ਰਹੀ ਆ, B2 ਦੁਆਰਾ। ਤੇ ਆਪਾਂ ਇੱਥੇ ਲਿਖ ਲੈਂਦੇ ਆ ਸਾਰੀਆਂ ਇਹ ਵਾਲੀਆਂ ਇਕੁਏਸ਼ਨਸ ਨੂੰ ਕੰਸੀਡਰ ਕਰਕੇ, F12 I1 L ਇਸ ਤਰੀਕੇ ਨਾਲ ਲਿਖ ਲੈਂਦੇ ਆ। B2 ਦੀ ਸਾਡੇ ਕੋਲੋਂ ਵੈਲਿਊ ਕੀ ਹੈ, ਇੱਥੇ B2 ਦੀ ਵੈਲਿਊ ਆ μ0 I2 ਤੇ 2πr।
ਹੁਣ ਆਪਾਂ ਪਤਾ ਕਰਨਾ ਵੇ ਫੋਰਸ ਪਰ ਯੂਨਿਟ ਲੈਂਥ। ਇਹ L ਲੈਂਥ ਦੇ ਉੱਪਰ ਫੋਰਸ ਲੱਗ ਰਹੀ ਆ, ਫੋਰਸ ਪਰ ਯੂਨਿਟ ਲੈਂਥ। ਫੋਰਸ ਪਰ ਯੂਨਿਟ ਲੈਂਥ ਵਾਸਤੇ ਅਸੀਂ ਕੀ ਕਰਦੇ ਆ, L ਨੂੰ ਇਧਰ ਨੀਚੇ ਡਿਵਾਈਡ ਕਰ ਦਿੰਦੇ ਆ ਤੇ ਆਪਣੇ ਕੋਲੋਂ ਇਕੁਏਸ਼ਨ ਕੀ ਆਈ, F12L ਇਜ਼ ਇਕੁਅਲ ਟੂ I1 I2 2 ਪਾਈ R ਤੇ ਮਿਊ ਨੋਟ। ਹੁਣ ਦੇਖੋ ਮੇਰੇ ਕੋਲੋਂ ਪਹਿਲਾਂ ਕੀ ਇਕੁਏਸ਼ਨ ਆਈ ਸੀ, ਮੇਰੇ ਕੋਲੋਂ ਪਹਿਲਾਂ ਵੀ ਇਹੋ ਆਈ ਸੀ ਨਾ, ਮਿਊ ਨੋਟ I1 I2, ਇੱਧਰ ਵੀ ਕੀ ਆ ਮਿਊ ਨੋਟ I1 I2, ਨੀਚੇ ਕੀ ਆ 2 ਪਾਈ R। ਮਤਲਬ ਕੀ ਆ ਕਿ ਪਰ ਯੂਨਿਟ ਲੈਂਥ ਜਿਹੜੀ ਫੋਰਸ ਆ ਇਹ ਕੀ ਆ ਦੋਨੋਂ ਸਾਈਡ ਤੇ ਬਰਾਬਰ ਆ। ਇਹ ਫੋਰਸ ਅੰਦਰ ਨੂੰ ਲੱਗ ਰਹੀ ਆ, ਇਹ ਵੀ ਫੋਰਸ ਕੀ ਆ ਅੰਦਰ ਨੂੰ ਲੱਗ ਰਹੀ ਆ। ਤੇ ਅਸੀਂ ਇੱਕ ਚੀਜ਼ ਕਨਕਲੂਡ ਕੀਤੀ, ਸਾਡਾ ਅਕਸਰ ਹੀ MCQ ਆ ਜਾਂਦਾ ਵਾ ਕਿ ਜੇਕਰ ਦੋ ਕੰਡਕਟਰਸ ਦੇ ਵਿੱਚ ਸੇਮ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਕਰ ਰਿਹਾ ਵਾ ਤੇ ਉਹ ਜਿਹੜੇ ਕੰਡਕਟਰ ਵਾ ਆਪਸ ਦੇ ਵਿੱਚ ਅਟਰੈਕਟ ਕਰਨਗੇ ਜਾਂ ਰਿਪੈਲ ਕਰਨਗੇ। ਤੇ ਅਸੀਂ ਦੇਖਿਆ ਵਾ ਕਿ ਜੇਕਰ ਦੋ ਪੈਰਲਲ ਕੰਡਕਟਰ ਦੇ ਵਿੱਚ ਸੇਮ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਕਰਦਾ ਨਾ, ਉਹ ਕੀ ਆ ਇੱਕ ਦੂਜੇ ਨੂੰ ਅਟਰੈਕਟ ਕਰਦੇ ਆ। ਦੇਖੋ ਇੱਕ ਦੂਜੇ ਨੂੰ ਅਟਰੈਕਟ ਕਰ ਰਹੇ ਆ, ਇਹ ਵੀ ਫੋਰਸ ਅੰਦਰ ਨੂੰ ਆ ਤੇ ਇਹ ਵੀ ਫੋਰਸ ਅੰਦਰ ਨੂੰ ਆ, ਅਟਰੈਕਟ ਕਰਨਗੇ। ਤੇ ਉਹ ਫੋਰਸ ਹੈਗੀ ਕਿੰਨੀ ਆ, ਉਹ ਫੋਰਸ ਸਾਨੂੰ ਪਤਾ ਲੱਗ ਗਿਆ ਮਿਊ ਨੋਟ I1 I2 2 ਪਾਈ R ਦੇ ਬਰਾਬਰ ਆ। ਸੋ ਸਾਡੇ ਕੋਲੋਂ ਕੀ ਆ, ਇਹ ਕੀ ਆ ਜਿਹੜੀ ਇੱਕ ਦੂਜੇ ਦੇ ਉੱਪਰ ਫੋਰਸ ਲਗਾਉਂਦੇ ਆ ਤੇ ਉਹ ਫੋਰਸ ਕੀ ਆ ਬਰਾਬਰ ਵਾ। ਸਾਨੂੰ ਪਤਾ ਲੱਗ ਗਿਆ ਕਿ ਦੋਨੋਂ ਕੰਡਕਟਰ ਇੱਕ ਦੂਜੇ ਦੇ ਉੱਪਰ ਬਰਾਬਰ ਫੋਰਸ ਲਗਾਉਂਦੇ ਆ। ਬੇਸ਼ੱਕ ਇਹਦੇ ਵਿੱਚ ਆਪਾਂ ਇਦਾਂ ਨਹੀਂ ਕਿਹਾ ਕਿ ਦੋਵਾਂ ਕੰਡਕਟਰਸ ਦੇ ਵਿੱਚ ਸੇਮ ਕਰੰਟ ਫਲੋ ਹੋ ਰਿਹਾ ਵਾ, ਆਪਾਂ ਕਿਹਾ ਵਾ ਕਿ ਪਹਿਲੀ ਦੇ ਵਿੱਚ I1 ਆ, ਦੂਜੀ ਦੇ ਵਿੱਚ I2 ਆ। ਤੇ ਫਿਰ ਵੀ ਆਪਾਂ ਕਹਿ ਰਹੇ ਆ ਕਿ ਦੋਨੋਂ ਕੰਡਕਟਰਸ ਇੱਕ ਦੂਜੇ ਦੇ ਉੱਪਰ ਕੀ ਆ ਸੇਮ ਫੋਰਸ ਲਗਾ ਰਹੇ ਆ ਤੇ ਉਹ ਸੇਮ ਫੋਰਸ ਕਿੰਨੀ ਆ, ਇਹ ਵਾਲੀ ਆ। ਹੁਣ ਦੇਖੋ ਇੱਥੇ ਇੱਕ ਬੜਾ ਇੰਪੋਰਟੈਂਟ ਜਿਹੜਾ ਰਿਜ਼ਲਟ ਆ, ਉਹ ਇੰਪੋਰਟੈਂਟ ਰਿਜ਼ਲਟ ਕੀ ਆ ਕਿ ਇਸ ਆਰਟੀਕਲ ਤੋਂ ਜਾਂ ਇਸ ਡੈਰੀਵੇਸ਼ਨ ਤੋਂ ਅਸੀਂ ਐਂਪੀਅਰ ਦੀ ਡੈਫੀਨੇਸ਼ਨ ਬਣਾਉਂਦੇ ਆ। ਬੇਸ਼ੱਕ ਅਸੀਂ ਇਹ ਚੀਜ਼ ਸਿੱਖ ਲਈ ਆ ਕਿ ਐਂਪੀਅਰ ਕੀ ਆ, ਕਰੰਟ ਦਾ ਯੂਨਿਟ ਆ। ਅਸੀਂ ਸੈਕੰਡ ਚੈਪਟਰ ਦੇ ਵਿੱਚ ਪੜਿਆ ਵਾ ਕਿ ਐਂਪੀਅਰ ਸਾਡੇ ਕੋਲੋਂ ਕੀ ਆ, ਕਰੰਟ ਦਾ ਯੂਨਿਟ ਆ। ਤੇ ਉੱਥੇ ਅਸੀਂ ਕੀ ਆ ਇੱਕ ਐਂਪੀਅਰ ਦੀ ਡੈਫੀਨੇਸ਼ਨ ਵੀ ਬਣਾਈ ਆ। ਅਸੀਂ ਲਿਖਿਆ ਸੀ I ਇਜ਼ ਇਕੁਅਲ ਟੂ Q/T, ਇਸ ਤਰੀਕੇ ਨਾਲ ਲਿਖਿਆ ਸੀ Q/T। ਤੇ ਅਸੀਂ ਕਿਹਾ ਸੀ ਕਿ ਜੇਕਰ 1 ਕੂਲਮ ਚਾਰਜ 1 ਸੈਕਿੰਡ ਦੇ ਵਿੱਚ ਪਾਸ ਹੋਏਗਾ ਤੇ ਮੰਨਿਆ ਜਾਏਗਾ ਕਿ ਕਿੰਨਾ ਕਰੰਟ ਫਲੋ ਕਰ ਰਿਹਾ ਵਾ, 1 ਐਂਪੀਅਰ ਕਰੰਟ ਫਲੋ ਕਰ ਰਿਹਾ ਵਾ। ਪਰ ਜੇਕਰ ਅਸੀਂ 1 ਐਂਪੀਅਰ ਦੀ ਸਟੈਂਡਰਡ ਡੈਫੀਨੇਸ਼ਨ ਵੱਲ ਜਾਈਏ ਨਾ, ਤੇ ਸਾਡੇ ਕੋਲੋਂ ਜਿਹੜੀ ਸਟੈਂਡਰਡ ਡੈਫੀਨੇਸ਼ਨ ਆ ਉਹ ਸਾਡੇ ਕੋਲੋਂ ਇਸ ਆਰਟੀਕਲ ਦੇ ਵਿੱਚੋਂ ਬਣਦੀ ਆ। ਉਹ ਇਸ ਆਰਟੀਕਲ ਦੇ ਵਿੱਚੋਂ ਕਿਵੇਂ ਬਣਦੀ ਆ, ਹੁਣ ਦੇਖੋ ਆਪਾਂ ਉਸ ਡੈਫੀਨੇਸ਼ਨ ਨੂੰ ਬਣਾਉਂਦੇ ਆ ਕਿ ਉਹ ਜਿਹੜੀ 1 ਐਂਪੀਅਰ ਦੀ ਜਿਹੜੀ ਡੈਫੀਨੇਸ਼ਨ ਆ ਉਹ ਇਹ ਆਰਟੀਕਲ ਸਾਨੂੰ ਕਿਵੇਂ ਦਿੰਦਾ ਵਾ। ਹੁਣ ਦੇਖੋ ਸਾਡੇ ਕੋਲੋਂ ਫੋਰਸ ਦੀ ਇਕੁਏਸ਼ਨ ਕੀ ਆਈ ਆ, ਫੋਰਸ ਦੀ ਇਕੁਏਸ਼ਨ ਇਹੀ ਆਪਾਂ ਇੱਥੇ ਲਿਖ ਲਈ ਆ। ਮੈਂ ਇਸ ਜਗ੍ਹਾ ਤੇ F12 ਨਹੀਂ ਲਿਖਿਆ ਜਾਂ 21 ਨਹੀਂ ਲਿਖਿਆ ਕਿਉਂਕਿ ਮੈਨੂੰ ਪਤਾ ਵਾ F12 ਕਿਹਦੇ ਬਰਾਬਰ ਆ, F21 ਦੇ ਬਰਾਬਰ ਆ। ਸੋ ਮੈਂ ਇੱਥੇ ਕੀ ਆ ਕੱਲਾ ਹੀ F ਲਿਖ ਲਿਆ। ਤੇ ਜੇਕਰ ਮੈਂ ਕਹਾਂ ਕਿ ਇਫ L ਇਜ਼ ਇਕੁਅਲ ਟੂ 1, R ਇਜ਼ ਇਕੁਅਲ ਟੂ 1 ਐਂਡ I1 ਇਜ਼ ਇਕੁਅਲ ਟੂ I2 ਇਜ਼ ਇਕੁਅਲ ਟੂ 1, ਮਤਲਬ ਮੈਂ ਇਹ ਚਾਰ ਚੀਜ਼ਾਂ ਨੂੰ 1 ਦੇ ਬਰਾਬਰ ਮੰਨ ਲਿਆ। ਤੇ ਫਿਰ F ਕਿੰਨਾ ਆਉਂਦਾ ਵਾ, F ਆਉਂਦਾ ਮਿਊ ਨੋਟ ਦੀ ਵੈਲਿਊ ਕੀ ਆ 4 ਪਾਈ ਗੁਣਾ 10 ਦੀ ਪਾਵਰ -7, I1 ਵੀ 1 ਤੇ I2 ਵੀ 1, 2 ਪਾਈ ਤੇ R ਵੀ 1। ਹੁਣ ਦੇਖੋ ਪਾਈ ਨਾਲ ਪਾਈ ਕੱਟਿਆ ਗਿਆ ਤੇ ਸਾਨੂੰ ਪਤਾ ਲੱਗ ਗਿਆ ਕਿ ਇਹਦਾ ਜਿਹੜਾ ਰਿਜ਼ਲਟ ਵਾ ਉਹ ਕਿੰਨਾ ਆਉਂਦਾ ਵਾ 2 ਪਾਈ ਨਾਲ ਪਾਈ ਕੱਟਿਆ ਗਿਆ, ਇਹ 2 ਗਿਆ 2 ਗੁਣਾ 10 ਦੀ ਪਾਵਰ -7 ਤੇ ਫੋਰਸ ਵਾ ਤੇ ਸਾਨੂੰ ਪਤਾ ਇਹਦਾ ਯੂਨਿਟ ਕੀ ਆਉਣਾ, ਨਿਊਟਨ ਆਉਣਾ। ਹੁਣ ਦੇਖੋ ਇੱਥੋਂ ਆਪਾਂ 1 ਐਂਪੀਅਰ ਦੀ ਡੈਫੀਨੇਸ਼ਨ ਕਿਵੇਂ ਬਣਾ ਸਕਦੇ ਆ। ਮੈਂ ਕਹਾਂਗਾ ਕਿ ਜੇਕਰ ਦੋ ਕੰਡਕਟਰ ਜਿਹੜੇ ਆਪਸ ਦੇ ਵਿੱਚ ਕੀ ਆ ਪੈਰਲਲ ਆ, ਸਟੇਟ ਆ, ਤੇ ਜੇਕਰ ਉਹਨਾਂ ਦੀ ਲੈਂਥ ਕੀ ਆ 1 ਵਾ, ਇਹਦੀ ਵੀ ਲੈਂਥ 1 ਵਾ ਤੇ ਇਹਦੀ ਵੀ ਲੈਂਥ 1 ਆ, ਤੇ ਦੋਨਾਂ ਦੇ ਵਿੱਚ ਦੂਰੀ ਕਿੰਨੀ ਆ, ਦੂਰੀ ਵੀ 1 ਵਾ। ਤੇ ਹੁਣ ਜੇਕਰ ਇਹ ਸ਼ਰਤਾਂ ਦੇ ਨਾਲ ਕਿ ਇਹਨਾਂ ਦੀ ਲੈਂਥ ਵੀ 1 ਵਾ, ਇਹਨਾਂ ਦੇ ਵਿੱਚ ਦੂਰੀ ਵੀ 1 ਆ, ਜੇਕਰ ਇਹਨਾਂ ਦੇ ਵਿੱਚ ਹੁਣ ਇੰਨੀ ਫੋਰਸ ਲੱਗਦੀ ਆ ਨਾ, F ਇਜ਼ ਇਕੁਅਲ ਟੂ 2 ਗੁਣਾ 10 ਦੀ ਪਾਵਰ -7 ਨਿਊਟਨ, ਤੇ ਇਹਦਾ ਮਤਲਬ ਕੀ ਮੰਨਿਆ ਜਾਏਗਾ, ਇਹਦਾ ਮਤਲਬ ਮੰਨਿਆ ਜਾਏਗਾ ਕਿ ਦੋਨਾਂ ਕੰਡਕਟਰਸ ਦੇ ਵਿੱਚ 1 ਐਂਪੀਅਰ ਕਰੰਟ ਫਲੋ ਕਰ ਰਿਹਾ ਵਾ।
ਤੇ ਇੱਥੋਂ 1 ਐਂਪੀਅਰ ਦੀ ਡੈਫੀਨੇਸ਼ਨ ਕੀ ਬਣੀ? ਇੱਥੋਂ 1 ਐਂਪੀਅਰ ਦੀ ਡੈਫੀਨੇਸ਼ਨ ਇਹ ਬਣੀ ਆ ਕਿ ਜੇਕਰ ਦੋ ਪੈਰਲਲ ਕੰਡਕਟਰ ਜਿਨ੍ਹਾਂ ਦੀ ਲੈਂਥ 1 ਵਾ ਤੇ ਉਹਨਾਂ ਦੇ ਵਿੱਚ ਦੂਰੀ ਵੀ 1 ਵਾ, ਤੇ ਜੇਕਰ ਉਹਨਾਂ ਦੇ ਵਿੱਚ ਆਪਸ ਦੇ ਵਿੱਚ 2 ਗੁਣਾ 10 ਦੀ ਪਾਵਰ -7 ਨਿਊਟਨ ਫੋਰਸ ਲੱਗ ਰਹੀ ਆ, ਤੇ ਇਹਦਾ ਮਤਲਬ ਕੀ ਹੋਏਗਾ ਕਿ ਉਹਨਾਂ ਕੰਡਕਟਰਸ ਦੇ ਵਿੱਚ 1 ਐਂਪੀਅਰ ਕਰੰਟ ਜਿਹੜਾ ਵਾ ਉਹ ਫਲੋ ਕਰ ਰਿਹਾ ਵਾ। ਤੇ ਇਹੀ 1 ਐਂਪੀਅਰ ਕਰੰਟ ਦੀ ਡੈਫੀਨੇਸ਼ਨ ਹੋਏਗੀ ਕਿ 1 ਐਂਪੀਅਰ ਕਰੰਟ ਕਿਹਨੂੰ ਕਵਾਂਗੇ? 1 ਐਂਪੀਅਰ ਕਰੰਟ ਉਹ ਕਰੰਟ ਵਾ ਜਦੋਂ ਦੋ ਪੈਰਲਲ ਕੰਡਕਟਰ ਜਿਨ੍ਹਾਂ ਦੀ ਲੈਂਥ 1 ਵਾ ਤੇ ਦੂਰੀ ਵੀ ਆਪਸੀ ਜਿਹੜੀ ਆ 1 ਵਾ, ਤੇ ਜੇਕਰ ਉਹਨਾਂ ਦੇ ਵਿੱਚ ਇੰਨੀ ਫੋਰਸ ਲੱਗਦੀ ਪਈ ਆ ਤੇ ਇਹਦਾ ਮਤਲਬ ਕੀ ਕਵਾਂਗੇ ਕਿ ਉਹ 1 ਐਂਪੀਅਰ ਕਰੰਟ ਦੋਨਾਂ ਦੇ ਵਿੱਚੋਂ ਫਲੋ ਕਰ ਰਿਹਾ ਵਾ। ਇਹ ਸਾਡੀ ਕੀ ਆ 1 ਐਂਪੀਅਰ ਦੀ ਜਿਹੜੀ ਆ ਡੈਫੀਨੇਸ਼ਨ ਆ। ਤੇ ਅਸੀਂ ਇਸ 1 ਐਂਪੀਅਰ ਦੀ ਡੈਫੀਨੇਸ਼ਨ ਨੂੰ ਲਿਖ ਵੀ ਲੈਂਦੇ ਆ ਇੱਕ ਵਾਰੀ। ਵੈਸੇ ਤਾਂ ਤੁਹਾਨੂੰ ਆਮ ਤੌਰ ਤੇ ਇਹ ਡੈਫੀਨੇਸ਼ਨ ਜਿਹੜੀ ਆ ਬੁੱਕਸ ਦੇ ਵਿੱਚ ਮਿਲ ਹੀ ਜਾਏਗੀ। ਇੱਥੇ ਇੱਕ ਗੱਲ ਯਾਦ ਰੱਖਣਾ ਕਿ ਜਦੋਂ ਵੀ 1 ਐਂਪੀਅਰ ਦੀ ਡੈਫੀਨੇਸ਼ਨ ਪੁੱਛੀ ਜਾਏਗੀ ਨਾ, ਤੇ 1 ਐਂਪੀਅਰ ਦੀ ਡੈਫੀਨੇਸ਼ਨ ਹਮੇਸ਼ਾ ਇਹੀ ਲਿਖੀ ਜਾਣੀ ਆ। ਤੁਸੀਂ ਇਹ ਵਾਲੀ ਡੈਫੀਨੇਸ਼ਨ ਨਹੀਂ ਲਿਖਣੀ ਕਿ I = Q/T। ਤੁਸੀਂ 1 ਐਂਪੀਅਰ ਦੀ ਡੈਫੀਨੇਸ਼ਨ ਇਹੀ ਲਿਖਣੀ ਆ। ਤੇ ਕਈ ਵਾਰੀ ਇਹ ਵੀ ਪੁੱਛਿਆ ਜਾਂਦਾ ਵਾ ਕਿ ਜਦੋਂ ਦੋ ਕੰਡਕਟਰਸ ਦੇ ਵਿੱਚ 1 ਐਂਪੀਅਰ ਕਰੰਟ ਫਲੋ ਕਰ ਰਿਹਾ ਵਾ ਤੇ ਉਹਨਾਂ ਦੀ ਲੈਂਥ ਵੀ 1 ਵਾ ਤੇ ਆਪਸੀ ਦੂਰੀ ਵੀ 1 ਵਾ, ਤੇ ਉਸ ਸਮੇਂ ਉਹ ਇੱਕ ਦੂਜੇ ਦੇ ਉੱਪਰ ਕਿੰਨੀ ਫੋਰਸ ਲਾਉਂਦੇ ਆ? ਤੇ ਅਸੀਂ ਕੀ ਕਹਿਣਾ ਵਾ? ਇੰਨੀ ਫੋਰਸ ਲਗਾਉਂਦੇ ਆ। ਹੁਣ ਦੇਖੋ, ਕੀ ਇਸ ਫੋਰਸ ਨੂੰ ਆਪਾਂ ਕੀ ਆ ਨੋਟ ਕਰ ਸਕਦੇ ਆ ਜਾਂ ਇਸ ਨੂੰ ਮਾਪ ਸਕਦੇ ਆ? ਤੇ ਬਿਲਕੁਲ ਮਾਪ ਸਕਦੇ ਆ। ਅਸੀਂ ਕੀ ਕਰਦੇ ਆ, ਸਾਡੇ ਕੋਲੋਂ ਕੀ ਆ ਕਿ ਇਹ ਦੋ ਕੰਡਕਟਰ ਵਾ। ਮੈਂ ਸਿਰਫ ਇਹ ਨਹੀਂ ਕਹਿੰਦਾ ਕਿ ਸਿਰਫ 2 ਗੁਣਾ 10 ਦੀ ਪਾਵਰ -7 ਨਿਊਟਨ ਵਾਲੀ ਫੋਰਸ ਨੂੰ ਹੀ ਮਾਪ ਸਕਦੇ ਆ। ਕੋਈ ਵੀ ਫੋਰਸ ਲੱਗਦੀ ਹੋਵੇ ਇਹਨਾਂ ਦੇ ਵਿੱਚ, ਜੇਕਰ ਇਹਨਾਂ ਦੇ ਵਿੱਚ 1 ਐਂਪੀਅਰ ਕਰੰਟ ਨਹੀਂ ਫਲੋ ਕਰ ਰਿਹਾ ਤੇ ਇਹਦਾ ਮਤਲਬ ਇਹਦੇ ਤੋਂ ਕੀ ਆ +- ਫੋਰਸ ਲੱਗਣੀ ਆ। ਕਿਉਂਕਿ ਇੰਨੀ ਇਹ ਫੋਰਸ ਕਦੋਂ ਲੱਗਣੀ ਆ? ਜਦੋਂ ਦੋਨਾਂ ਦੇ ਵਿੱਚ 1 ਐਂਪੀਅਰ ਕਰੰਟ ਫਲੋ ਕਰ ਰਿਹਾ ਵਾ। ਤੇ ਜਦੋਂ 1 ਐਂਪੀਅਰ ਨਹੀਂ ਆ ਉਦੋਂ +- ਆ ਫੋਰਸ ਦੇ ਵਿੱਚ, ਮਤਲਬ ਇਸ ਵੈਲਿਊ ਦੇ ਵਿੱਚ +- ਹੋ ਸਕਦੀ ਆ। ਹੁਣ ਦੇਖੋ, ਜੇਕਰ ਮੈਂ ਇੱਥੇ ਕੀ ਕਰਦਾ, ਇੱਕ ਸਟਰਿੰਗ ਬੰਨ ਕੇ ਤੇ ਇੱਥੇ ਵੇਟ ਲਮਕਾ ਦਿੰਦਾ, ਕੋਈ ਵੇਟ, ਤੇ ਮੈਨੂੰ ਪਤਾ ਵਾ ਕਿ ਦੋਨਾਂ ਦੇ ਵਿੱਚ ਕਰੰਟ ਜੇਕਰ ਉੱਪਰ ਨੂੰ ਹੋਏਗਾ ਤੇ ਇਹਨੇ ਵੀ ਕੀ ਕਰਨਾ ਵਾ, ਇੱਧਰ ਨੂੰ ਅਟਰੈਕਟ ਹੋਣਾ, ਇਹਨੇ ਵੀ ਇੱਧਰ ਨੂੰ ਅਟਰੈਕਟ ਹੋਣਾ। ਤੇ ਆਪਾਂ ਇਹਨੂੰ ਕੀ ਕਰ ਦਿੰਦੇ ਆ, ਇਹਨੂੰ ਕਰ ਦਿੰਦੇ ਆ ਫਿਕਸ। ਤੇ ਹੁਣ ਇਹਨੇ ਅਟਰੈਕਟ ਹੋਣਾ ਵਾ ਤੇ ਆਪਾਂ ਇੱਥੋਂ ਵੇਟ ਕੀ ਆ, ਇੱਕ ਫੋਰਸ ਵਾ। ਆਪਾਂ ਇਸ ਤਰੀਕੇ ਨਾਲ ਇਹਨੂੰ ਮੇਨਟੇਨ ਕਰ ਲੈਂਦੇ ਆ ਕਿ ਇੱਧਰ ਨੂੰ ਫੋਰਸ ਇਹਦੇ ਦੁਆਰਾ ਲੱਗਣੀ ਆ ਤੇ ਵੇਟ ਨੇ ਕਿੱਧਰ ਨੂੰ ਫੋਰਸ ਲਾਉਣੀ ਆ, ਵੇਟ ਨੇ ਇੱਧਰ ਨੂੰ ਖਿੱਚ ਕੇ ਰੱਖਣਾ ਵਾ। ਆਪਾਂ ਇਸ ਤਰੀਕੇ ਨਾਲ ਕਰ ਲੈਂਦੇ ਆ ਕਿ ਇਹ ਜਿਹੜੀ ਫੋਰਸ ਵਾ ਨਾ, ਇਹ ਕਿਹਦੇ ਬਰਾਬਰ ਹੋ ਜੇ? F = mg ਦੇ ਬਰਾਬਰ ਹੋ ਜੇ। ਮਤਲਬ ਕੀ ਆ ਕਿ ਇਹ ਕੰਡਕਟਰ ਆਪਣੀ ਜਗ੍ਹਾ ਤੋਂ ਹਿੱਲੇ ਹੀ ਨਾ। ਆਪਾਂ ਇਸ ਤਰੀਕੇ ਨਾਲ ਵੇਟ ਐਡਜਸਟ ਕਰ ਲਈਏ ਕਿ ਇਹ ਕੰਡਕਟਰ ਆਪਣੀ ਜਗ੍ਹਾ ਤੋਂ ਹਿੱਲੇ ਹੀ ਨਾ। ਤੇ ਇਹਦਾ ਮਤਲਬ ਕੀ ਹੋਏਗਾ? ਇਹਦਾ ਮਤਲਬ ਤੇ ਫਿਰ ਇਹੋ ਹੀ ਹੋਏਗਾ ਨਾ, ਜਿੰਨੀ ਵੇਟ ਦੀ ਫੋਰਸ ਆ ਉਹਨੇ ਇਸ ਇੰਟਰਨਲ ਫੋਰਸ ਨੂੰ ਕੀ ਕਰ ਲਿਆ? ਬੈਲੈਂਸ ਕਰ ਲਿਆ। ਤੇ ਜੇਕਰ ਇੰਟਰਨਲ ਫੋਰਸ ਨੂੰ ਬੈਲੈਂਸ ਕਰ ਲਿਆ ਨਾ, ਤੇ ਫਿਰ ਜੋ ਵੇਟ ਵਾਲੀ ਫੋਰਸ ਵਾ ਉਹ ਅਸੀਂ ਈਜ਼ੀਲੀ ਨੋਟ ਕਰ ਸਕਦੇ ਹਾਂ W = mg ਤੋਂ। ਤੇ ਅਸੀਂ ਦੱਸ ਸਕਦੇ ਹਾਂ ਕਿ ਇਹ ਦੋਨੋਂ ਕੰਡਕਟਰ ਇੱਕ ਦੂਜੇ ਨੂੰ ਕਿਸ ਫੋਰਸ ਦੇ ਨਾਲ ਕੀ ਆ ਅਟਰੈਕਟ ਕਰ ਰਹੇ ਆ। ਇੱਥੇ ਇੱਕ ਗੱਲ ਹੋਰ ਯਾਦ ਰੱਖਣਾ, ਜੇਕਰ ਦੋ ਕੰਡਕਟਰ ਜਿਹੜੇ ਆ ਇਹਨਾਂ ਦੇ ਵਿੱਚ ਆਪਾਂ ਕੀ ਕਰਦੇ ਆ, ਕਰੰਟ ਦੀ ਡਾਇਰੈਕਸ਼ਨ ਆਪੋਜ਼ਿਟ ਕਰ ਦਿੰਦੇ ਆ। ਹੈਗੇ ਤੇ ਉਸੇ ਤਰੀਕੇ ਨਾਲ ਪੈਰਲਲ ਹੀ ਆ, ਸਟੇਟ ਪੈਰਲਲ ਹੀ ਆ, ਤੇ ਪਰ ਕਰੰਟ ਦੀ ਜਿਹੜੀ ਪੋਲੈਰਿਟੀ ਆ, ਕਰੰਟ ਦੀ ਜਿਹੜੀ ਡਾਇਰੈਕਸ਼ਨ ਆ, ਉਹ ਆਪਾਂ ਕੀ ਕੀਤੀ? ਚੇਂਜ ਕਰਤੀ। ਹੁਣ ਇਹ ਕੀ ਕਰਨਗੇ? ਜਦੋਂ ਦੋਨਾਂ ਦੇ ਵਿੱਚ ਸੇਮ ਡਾਇਰੈਕਸ਼ਨ 'ਚ ਕਰੰਟ ਸੀ ਤੇ ਦੋਨੋਂ ਅਟਰੈਕਟ ਕਰਦੇ ਸੀ, ਤੇ ਜਦੋਂ ਅਸੀਂ ਕਰੰਟ ਦੀ ਪੋਲੈਰਿਟੀ ਬਦਲ ਦਿੰਦੇ ਆ ਇੱਕ ਦੇ ਵਿੱਚ, ਤੇ ਇਹ ਕੀ ਕਰਨ ਲੱਗਦੇ ਆ? ਇਹ ਰਿਪੈਲ ਕਰਨ ਲੱਗਦੇ ਆ। ਤੁਸੀਂ ਬੇਸ਼ੱਕ ਇਹਨੂੰ ਕੀ ਆ, ਫਲੇਮਿੰਗ ਦਾ ਲੈਫਟ ਹੈਂਡ ਰੂਲ ਲਗਾ ਕੇ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨਸ ਨੂੰ ਸਮਝ ਕੇ ਈਜ਼ੀਲੀ ਆਪਣੇ ਆਪ ਹੀ ਨੋਟ ਕਰ ਸਕਦੇ ਜੋ ਕਿ ਇਹ ਜਿਹੜੇ ਰਿਪੈਲ ਆ ਇਹ ਕਿਉਂ ਕਰ। ਹੁਣ ਸਾਡੇ ਕੋਲ 1 ਐਂਪੀਅਰ ਦੀ ਡੈਫੀਨੇਸ਼ਨ ਕੀ ਆ ਕਿ 1 ਐਂਪੀਅਰ ਕੀ ਆ ਕਿ 1 ਐਂਪੀਅਰ ਇਜ਼ ਦੈਟ ਕਰੰਟ ਵਿਚ ਇਜ਼ ਮੇਨਟੇਨਡ in two parallel conductors of negligible cross sectional area। ਜਿਹੜੇ ਕੰਡਕਟਰ ਵਾ ਨਾ ਉਹਨਾਂ ਦਾ ਜਿਹੜਾ ਏਰੀਆ ਆਫ ਕ੍ਰੋਸ ਸੈਕਸ਼ਨ ਆ ਉਹ ਕੀ ਆਪਾਂ ਨਿਗਲੀਜੀਬਲ ਲੈਣਾ ਵਾ, ਅਪਾਰਟ 1 ਮੀਟਰ ਇਨ ਵੈਕਿਊਮ। ਉਹ ਦੋਨੋਂ ਕੰਡਕਟਰ ਕੀ ਆ 1 ਮੀਟਰ ਦੂਰ ਆ ਵੈਕਿਊਮ ਦੇ ਵਿੱਚ।
कॉज ऑफ फोर्स की आ मतलब कितनी फोर्स प्रोड्यूस करते पे आ 2 गुणा 10 की पावर -7 ऑन ईच मीटर ऑफ वायर। मतलब हरेक ਜਾਂ प्रत्येक 1 मीटर वायर के उपर कितनी फोर्स लगती पई आ 2 गुणा 10 की पावर -7 न्यूटन। ये साडे कोलों की आ, ये साडे कोलों 1 एम्पीयर की डेफिनेशन आ। इस तो बाद विच असीं आर्टिकल देखांगे कि टॉर्क ऑन करंट कैरिंग रैक्टेंगुलर लूप प्लेसड इन मैगनैटिक फील्ड। मतलब कि जदों असीं एक रैक्टेंगुलर लूप नूं मैगनैटिक फील्ड दे विच रखदे आ ना ते ओह की आ टॉर्क एक्सपीरियंस करदी आ। ते असीं पढ़िया वा कि टॉर्क की आ, टॉर्क एक रोटेशनल फोर्स आ। टॉर्क की कर सकदी आ, रोटेशनल इफैक्ट दे सकदी आ। जिवें असीं एक साइकिल दे मोटरसाइकिल दे हैंडल नूं इस तरीके नाल मोड़दे आ, ਇਹ ਕੀ ਆ, ਇਹ ਇੱਕ ਟਾਰਕ ਦੀ ਐਗਜ਼ਾਮਪਲ ਆ। ਤੇ ਅਸੀਂ ਇਸ ਕੇਸ ਦੇ ਵਿੱਚ ਦੇਖਾਂਗੇ ਕਿ ਇਹ ਟਾਰਕ ਕਿਵੇਂ ਲੱਗਦੀ ਆ। ਹੁਣ ਅਸੀਂ ਇੱਥੇ ਕੀ ਬਣਾਇਆ ਹੋਇਆ ਵਾ, ਅਸੀਂ ਬਣਾਇਆ ਹੋਇਆ ਵਾ ਕਿ ਇੱਕ ਮੈਗਨੈਟਿਕ ਫੀਲਡ ਕੀ ਆ ਇਸ ਡਾਇਰੈਕਸ਼ਨ ਦੇ ਵਿੱਚ ਲੱਗਾ ਹੋਇਆ ਵਾ। ਹੁਣ ਦੇਖੋ ਮੈਂ ਸਟਾਰਟਿੰਗ ਦੇ ਵਿੱਚ ਕਹਿ ਰਿਹਾ ਨਾ ਕਿ ਮੈਗਨੈਟਿਕ ਫੀਲਡ ਕੀ ਆ ਇਸ ਡਾਇਰੈਕਸ਼ਨ ਦੇ ਵਿੱਚ ਲੱਗਾ ਹੋਇਆ ਵਾ। ਇਸ ਗੱਲ ਨੂੰ ਤੁਸੀਂ ਹਮੇਸ਼ਾ ਮਾਈਂਡ ਦੇ ਵਿੱਚ ਰੱਖਣਾ ਜਦੋਂ ਮੈਂ ਸਮਝਾਵਾਂਗਾ ਕਿ ਮੈਗਨੈਟਿਕ ਫੀਲਡ ਇੱਧਰ ਨੂੰ ਲੱਗਾ ਹੋਇਆ ਵਾ। ਤੇ ਇੱਕ ਇਹਦੇ ਵਿੱਚ ਕੀ ਆ ਰੈਕਟੈਂਗੂਲਰ ਲੂਪ ਪਈ ਹੋਈ ਆ ਤੇ ਉਸ ਲੂਪ ਦੇ ਵਿੱਚ ਕਰੰਟ ਕਿੱਧਰ ਨੂੰ ਫਲੋ ਕਰ ਰਿਹਾ ਵਾ ਇਸ ਤਰੀਕੇ ਨਾਲ ਕਰ ਰਿਹਾ A B C ਤੇ D। ਹੁਣ ਦੇਖੋ ਇਹ ਲੂਪ ਵਾ, ਇਹ ਸਰਫੇਸ ਨਹੀਂ ਆ। ਇਹ ਲੂਪ ਕਿਸ ਤਰੀਕੇ ਦੀ ਆ, ਇਹ ਲੂਪ ਇਸ ਤਰੀਕੇ ਦੀ ਆ। ਇਸ ਤਰੀਕੇ ਦੀ ਇੱਕ ਲੂਪ ਪਈ ਹੋਈ ਆ ਤੇ ਮੈਗਨੈਟਿਕ ਫੀਲਡ ਕਿੱਧਰ ਨੂੰ ਆ, ਮੈਗਨੈਟਿਕ ਫੀਲਡ ਇਸ ਤਰੀਕੇ ਨਾਲ ਇੱਧਰ ਨੂੰ ਲੱਗਾ ਹੋਇਆ। ਤੇ ਇਹ ਜਿਹੜੀ ਲੂਪ ਆ ਨਾ ਇਹ ਕਿਸ ਤਰੀਕੇ ਨਾਲ ਪਈ ਆ, ਇਹ ਥੋੜੀ ਜੀ ਟੇਢੀ ਪਈ ਆ ਇਸ ਤਰੀਕੇ ਨਾਲ। ਮਤਲਬ ਇਹ ਸਿੱਧੀ ਨਹੀਂ ਪਈ, ਇਸ ਤਰੀਕੇ ਨਾਲ ਇਹ ਸਿੱਧੀ ਨਹੀਂ ਆ। ਥੋੜਾ ਜਿਹਾ ਆਪਾਂ ਕੀ ਕੀਤਾ ਵਾ, ਇਸ ਲੂਪ ਨੂੰ ਥੋੜਾ ਜਿਹਾ ਆਪਾਂ ਐਂਗਲ ਦਿੱਤਾ ਹੋਇਆ ਵਾ ਇਸ ਤਰੀਕੇ ਨਾਲ, ਥੋੜਾ ਜਿਹਾ ਵਿੰਗਾ ਕੀਤਾ ਹੋਇਆ ਵਾ ਜਾਂ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ। ਹੁਣ ਦੇਖੋ ਇਸ ਲੂਪ ਦਾ ਏਰੀਆ ਵੈਕਟਰ ਕਿੱਧਰ ਨੂੰ ਆ, ਇਸ ਲੂਪ ਦਾ ਏਰੀਆ ਵੈਕਟਰ ਕੀ ਹੋਏਗਾ, ਤੁਸੀਂ ਇਮੈਜਿਨ ਕਰੋ ਕਿ ਇਹਦੇ ਵਿੱਚ ਇੱਕ ਸਰਫੇਸ ਆ ਤੇ ਉਸ ਸਰਫੇਸ ਦੇ ਪਰਪੈਂਡੀਕੂਲਰ ਇਸ ਤਰੀਕੇ ਨਾਲ। ਤੇ ਜਦੋਂ ਮੈਂ ਕਹਾਂਗਾ ਨਾ ਕਿ ਇਹ ਲੂਪ ਇਸ ਤਰੀਕੇ ਨਾਲ ਪਈ ਹੋਈ ਆ ਥੋੜਾ ਜਿਹਾ ਸਾਈਡ ਤੇ ਮੈਗਨੈਟਿਕ ਫੀਲਡ ਮੇਰੀ ਕੀ ਆ ਬਾਂਹ ਵਾ, ਇਸ ਤਰੀਕੇ ਨਾਲ ਪਈ ਹੋਈ ਆ ਤੇ ਇਹਦਾ ਏਰੀਆ ਵੈਕਟਰ ਕੀ ਆ ਇਸ ਡਾਇਰੈਕਸ਼ਨ ਦੇ ਵਿੱਚ ਬਣੇਗਾ ਤੇ ਮੈਗਨੈਟਿਕ ਫੀਲਡ ਮੇਰਾ ਜੋ ਬਾਜੂ ਆ ਤੇ ਇਸ ਮਾਰਕਰ ਦੇ ਵਿੱਚ ਐਂਗਲ ਕਿੰਨਾ ਬਣ ਰਿਹਾ ਵਾ, ਥੀਟਾ ਐਂਗਲ ਬਣ ਰਿਹਾ ਵਾ। ਥੀਟਾ ਐਂਗਲ ਕਿਹਦੇ ਵਿੱਚ ਵਾ, ਇਸ ਲੂਪ ਦੇ ਏਰੀਆ ਵੈਕਟਰ ਤੇ ਮੈਗਨੈਟਿਕ ਫੀਲਡ ਦੇ ਵਿੱਚ। ਮੈਂ ਬਾਰ-ਬਾਰ ਇਸ ਗੱਲ ਵੱਲ ਜ਼ੋਰ ਦੇ ਰਿਹਾ ਵਾਂ ਕਿ ਇਹ ਜਿਹੜੀ ਲੂਪ ਆ ਨਾ ਇਹ ਥੋੜਾ ਜਿਹਾ ਇਸ ਤਰੀਕੇ ਨਾਲ ਥੀਟਾ ਐਂਗਲ ਜਿਹੜਾ ਵਾ ਇਹ ਘੁੰਮੀ ਹੋਈ ਆ। ਮੈਗਨੈਟਿਕ ਫੀਲਡ ਇੱਧਰ ਨੂੰ ਆ ਤੇ ਇਹਦਾ ਏਰੀਆ ਵੈਕਟਰ ਇੱਧਰ ਨੂੰ ਆ। ਇਸ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਕਿ ਜੇਕਰ ਆਪਾਂ ਬਣਾਉਣਾ ਹੋਵੇ ਕਿ ਮੈਗਨੈਟਿਕ ਫੀਲਡ ਸਿੱਧਾ ਵਾ ਇਸ ਤਰੀਕੇ ਨਾਲ ਤੇ ਜਿਹੜਾ ਏਰੀਆ ਵੈਕਟਰ ਵਾ ਉਹ ਇਹਦੇ ਸਰਫੇਸ ਦੇ ਪਰਪੈਂਡੀਕੂਲਰ ਆ, ਇਹਦੇ ਇਸ ਤਰੀਕੇ ਨਾਲ ਇਹ ਕੀ ਆ ਪਏ ਹੋਏ ਆ। ਤੇ ਮੈਂ ਉਹਦਾ ਟੌਪ ਵਿਊ ਬਣਾਇਆ ਵਾ ਕਿ ਏਰੀਆ ਵੈਕਟਰ ਜਿਹੜਾ ਵਾ ਉਹ ਬਿਲਕੁਲ ਸਿੱਧਾ ਇਸ ਡਾਇਰੈਕਸ਼ਨ ਦੇ ਵਿੱਚ ਤੇ ਇਹ ਘੁੰਮੀ ਹੋਈ ਆ ਥੋੜਾ ਜਿਹਾ ਇਦਾਂ ਤੇ ਮੈਗਨੈਟਿਕ ਫੀਲਡ ਕੀ ਆ ਇਦਾਂ ਵਾ ਤੇ ਦੋਨਾਂ ਦੇ ਵਿੱਚ ਐਂਗਲ ਕੀ ਆ ਥੀਟਾ ਐਂਗਲ ਬਣਦਾ ਪਿਆ ਵਾ। ਪਹਿਲਾਂ ਸਭ ਤੋਂ ਕੀ ਆ ਇਹਦੀ ਪੋਜੀਸ਼ਨ ਨੂੰ ਤੁਸੀਂ ਕੀ ਆ ਸਪੈਸੀਫਾਈ ਕਰ ਲਓ, ਮਤਲਬ ਕੀ ਆ ਕਿ ਸਮਝ ਲਓ ਕਿ ਇਹ ਪਈ ਕਿਸ ਤਰੀਕੇ ਨਾਲ ਆ। ਇਹ ਥੋੜਾ ਜਿਹਾ ਮੈਗਨੈਟਿਕ ਫੀਲਡ ਦੇ ਵਿੱਚ ਘੁੰਮੀ ਹੋਈ ਆ, ਕਿੰਨਾ ਘੁੰਮੀ ਹੋਈ ਆ ਥੀਟਾ ਐਂਗਲ ਘੁੰਮੀ ਹੋਈ ਆ। ਤੇ ਆਪਾਂ ਨੂੰ ਇਸ ਗੱਲ ਦਾ ਪਤਾ ਵਾ ਕਿ ਇਹ ਜਿਹੜੀ ਕਰੰਟ ਕੈਰਿੰਗ ਸਰਕੂਲਰ ਰੈਕਟੈਂਗੂਲਰ ਲੂਪ ਵਾ ਇਹਦੇ ਵਿੱਚ ਕੀ ਆ, ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਕਰੰਟ ਫਲੋ ਕਰ ਰਿਹਾ ਤੇ ਇਹਦਾ ਮਤਲਬ ਇਹਦੇ ਵਿੱਚ ਚਾਰਜ ਕੈਰੀਅਰ ਫਲੋ ਕਰ ਰਹੇ ਆ। ਤੇ ਜੇਕਰ ਇਹਦੇ ਵਿੱਚ ਚਾਰਜ ਕੈਰੀਅਰ ਫਲੋ ਕਰ ਰਹੇ ਆ ਤੇ ਇਹ ਪਈ ਵੀ ਕਿਹਦੇ ਵਿੱਚ ਵਾ ਮੈਗਨੈਟਿਕ ਫੀਲਡ ਦੇ ਵਿੱਚ। ਤੇ ਆਪਾਂ ਕੀ ਕਹਿ ਸਕਦੇ ਆ, ਆਪਾਂ ਕਹਿ ਸਕਦੇ ਆ ਕਿ ਇਸ ਲੂਪ ਦੇ ਉੱਪਰ ਫੋਰਸ ਲੱਗਣੀ ਆ ਕਿਉਂਕਿ ਸਾਡੇ ਕੋਲੋਂ ਨਿਯਮ ਕੀ ਆ, ਸਾਡੇ ਕੋਲੋਂ ਨਿਯਮ ਆ ਕਿ ਜਦੋਂ ਵੀ ਕਿਸੇ ਮੈਗਨੈਟਿਕ ਫੀਲਡ ਦੇ ਵਿੱਚ ਚਾਰਜ ਕੈਰੀਅਰ ਘੁੰਮੇਗਾ ਤੇ ਉਸ ਚਾਰਜ ਕੈਰੀਅਰ ਤੇ ਫੋਰਸ ਲੱਗਣੀ ਆ। ਤੇ ਸਾਨੂੰ ਉਸ ਫੋਰਸ ਦਾ ਫਾਰਮੂਲਾ ਪਤਾ ਵਾ I L ਤੇ B ਇਸ ਤਰੀਕੇ ਨਾਲ। ਹੁਣ ਦੇਖੋ ਆਪਾਂ ਇਸ ਕੇਸ ਦੇ ਵਿੱਚ ਕੀ ਆ ਫੋਰਸ ਪਤਾ ਕਰਨੀ ਆ ਤੇ ਕੱਲੀ ਕੱਲੀ ਆਰਮ ਤੇ ਪਤਾ ਕਰਨੀ ਆ, ਮਤਲਬ ਕੱਲੀ ਕੱਲੀ ਜਿਹੜੀ ਲੈਂਥ ਵਾ ਨਾ A B B C C D ਉਹਦੇ ਉੱਤੇ ਪਤਾ ਕਰਨੀ ਆ। ਪਰ ਇਸ ਆਰਟੀਕਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਲਿਖ ਲੈਣਾ ਵਾ ਕਿ ਕੰਸੀਡਰ ਇਹ ਰੈਕਟੈਂਗੂਲਰ ਲੂਪ। ਇਹ ਜਿਹੜੀ ਰੈਕਟੈਂਗੂਲਰ ਲੂਪ ਆ ਇਹਦੀ ਲੈਂਥ L ਲੈ ਲਓ ਤੇ ਇਹਦੀ ਜਿਹੜੀ ਬ੍ਰੈਡਥ ਆ ਉਹ ਕੀ ਲੈ ਲਓ B ਲੈ ਲਓ। ਮਤਲਬ ਕੰਸੀਡਰ ਇਹ ਰੈਕਟੈਂਗੂਲਰ ਲੂਪ
having dimensions L and B and I is the current passing through it and this loop is placed in the magnetic field B and ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਕਿ this loop ਜਾਂ ਆਪਾਂ ਇਦਾਂ ਕਹੀਏ the area vector of this loop and the magnetic field the angle between them is theta. थीटा की आ थीटा इज द एंगल बिटवीन मैग्नैटिक फील्ड एंड एरिया वैक्टर ऑफ द लूप वो भी आप रिप्रजेंट कर लिया। ਹੁਣ ਜੇਕਰ ਇਹ ਜਿਵੇਂ ਆਪਾਂ ਕਿਹਾ ਹੀ ਆ ਕਿ ਇਹ ਲੂਪ ਜਿਹਦੇ ਵਿੱਚ ਚਾਰਜ ਕੈਰੀਅਰ ਘੁੰਮਦੇ ਪਏ ਆ ਤੇ ਇਹ ਮੈਗਨੈਟਿਕ ਫੀਲਡ ਦੇ ਵਿੱਚ ਪਈ ਆ ਤੇ ਇਹਦੇ ਚਾਰਜ ਕੈਰੀਅਰ ਤੇ ਫੋਰਸ ਲੱਗਣੀ ਆ ਤੇ ਅਸੀਂ ਫੋਰਸ ਦਾ ਫਾਰਮੂਲਾ ਲਿਖ ਲਿਆ ਕਿ ਫੋਰਸ ਦਾ ਫਾਰਮੂਲਾ ਇੱਥੇ ਕੀ ਆ ILB। ਜੇ ਲੈਂਥ L ਹੋਊਗੀ ਨਾ ਜੇ ਆਪਾਂ ਇਹਨੂੰ L ਕਹਿੰਦੇ ਆ ਕਿ ਆਹ ਵਾਲੀ ਲੈਂਥ L ਵਾ ਤੇ ਆਪਾਂ ਇਹਨੂੰ ਕੀ ਕਹਿ ਦਾਂਗੇ ਆਪਾਂ ਇਹਨੂੰ B ਕਹਿ ਦਾਂਗੇ ਉਹਦੇ ਮੁਤਾਬਕ ਆਪਾਂ ਇੱਥੇ ਲਿਖ ਲਾਂਗੇ ਜਾਂ L ਪਾ ਦਾਂਗੇ ਮਤਲਬ AB ਤੇ CD ਆਰਮ ਵਾਸਤੇ ਆਪਾਂ L ਯੂਜ਼ ਕਰ ਲਾਂਗੇ ਤੇ ਜਿਹੜੀਆਂ ਆਰਮਸ ਹੈਗੀਆਂ ਵਾ BC ਤੇ DA ਇਹਦੇ ਵਾਸਤੇ ਇੱਥੇ ਕੀ ਲਿਖ ਲਾਂਗੇ ਛੋਟੀ b ਲਿਖ ਲਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਫੋਰਸ ਕੈਲਕੂਲੇਟ ਕਰਦੇ ਹਾਂ AB ਦੇ ਉੱਤੇ ਫੋਰਸ ਔਨ ਆਰਮ AB F1 ਕਹਿ ਦਿੰਦੇ ਇਹਨੂੰ ਜਿਹੜੀ ਇਹ ਫੋਰਸ ਵਾ F1 ਇਹ ਕਿੰਨੀ ਹੋਣੀ ਆ I ਕਰੰਟ ਫਲੋ ਕਰ ਰਿਹਾ ਵਾ L ਲੈਂਥ ਵਾ ਤੇ ਮੈਗਨੈਟਿਕ ਫੀਲਡ ਕਿੰਨਾ ਵਾ B ਤੇ ਸਾਨੂੰ ਪਤਾ ਵਾ ਕਿ ਇਹ ਜੇ ਦੋਨਾਂ ਦੇ ਵਿੱਚ ਤੇ ਆਪਾਂ ਵੈਕਟਰ ਪਾਈਏ ਤੇ L * B ਪੈਂਦਾ ਵਾ ਤੇ ਜੇਕਰ ਆਪਾਂ ਇਹਨੂੰ ਖੋਲੀਏ ਤੇ ਇਹ ਕੀ ਬਣਨਾ ILB sin ਥੀਟਾ ਬਣਨਾ ਤੇ ਇੱਥੇ ਵੀ ਕੀ ਲਿਖਦੇ ਆ sin ਥੀਟਾ ਲਿਖਦੇ ਆ। ਹੁਣ ਥੀਟਾ ਦੇਖੋ ਕਿਵੇਂ ਮੈਜ਼ਰ ਕਰਦਾ ਵਾ ਜਿਵੇਂ ਮੈਂ ਪਹਿਲਾਂ ਕਿਹਾ ਨਾ ਥੀਟਾ ਪਹਿਲਾ ਥੀਟਾ ਕਿਹਦੇ ਵਿੱਚ ਸੀ ਮੈਗਨੈਟਿਕ ਫੀਲਡ ਤੇ ਲੂਪ ਦੇ ਏਰੀਆ ਵੈਕਟਰ ਦੇ ਵਿੱਚ ਪਰ ਇਹ ਜਿਹੜਾ ਮੈਂ ਥੀਟਾ ਕਹਿ ਰਿਹਾ ਨਾ ਇਹ ਥੀਟਾ ਕਿਵੇਂ ਆ ਦੇਖੋ ਜਿਵੇਂ ਆਪਾਂ ਕਹਿ ਰਹੇ ਆ ਕਿ ਇਹ ਲੂਪ ਆ ਇਹ ਜੇਕਰ ਇਹ ਲੂਪ ਆ ਇਹ ਥੋੜਾ ਜਿਹਾ ਇਸ ਤਰੀਕੇ ਨਾਲ ਸਾਈਡ ਤੇ ਆ ਤੇ ਜੇਕਰ ਮੈਂ ਕਹਾਂ ਕਿ ਆਹ ਵਾਲੀ ਆਰਮ AB ਆ ਤੇ ਇਹਦੇ ਵਿੱਚੋਂ ਮੈਗਨੈਟਿਕ ਫੀਲਡ ਕਿਵੇਂ ਆ ਇਸ ਤਰੀਕੇ ਨਾਲ ਆ ਮਤਲਬ ਮੈਗਨੈਟਿਕ ਫੀਲਡ ਤੇ ਇਹਦੀ ਲੈਂਥ ਦੇ ਵਿੱਚ ਐਂਗਲ ਕਿੰਨਾ ਵਾ 90 ਡਿਗਰੀ। ਦੇਖੋ ਮੈਗਨੈਟਿਕ ਫੀਲਡ ਇੱਧਰ ਨੂੰ ਆ ਤੇ ਇਹਦੀ ਲੈਂਥ ਇਹ ਥੋੜਾ ਜਿਹਾ ਹਿੱਲੀ ਹੋਈ ਆ ਇਸ ਤਰੀਕੇ ਨਾਲ ਤੇ ਫਿਰ ਵੀ ਜਿਹੜਾ ਐਂਗਲ ਮੈਗਨੈਟਿਕ ਫੀਲਡ ਦਾ ਤੇ ਇਹਦੀ ਲੈਂਥ ਦਾ ਕਿੰਨਾ ਬਣਨਾ ਵਾ 90 ਡਿਗਰੀ ਹੀ ਬਣਨਾ ਵਾ। ਇਸ ਆਰਮ ਦਾ ਤੇ ਇਸ ਆਰਮ ਦਾ ਮੈਗਨੈਟਿਕ ਫੀਲਡ ਦੇ ਨਾਲ ਐਂਗਲ ਕਿੰਨਾ ਬਣਨਾ ਵਾ ਤੇ ਜੇਕਰ ਅਸੀਂ ਇਸ ਆਰਮ ਤੇ ਇਸ ਆਰਮ ਦੀ ਗੱਲ ਕਰੀਏ ਇਸ ਆਰਮ ਦੇ ਉੱਤੇ ਦੇਖੋ ਇਸ ਆਰਮ ਦੀ ਲੈਂਥ ਇੱਧਰ ਨੂੰ ਆ ਤੇ ਮੈਗਨੈਟਿਕ ਫੀਲਡ ਕਿੱਧਰ ਨੂੰ ਆ ਮੈਗਨੈਟਿਕ ਫੀਲਡ ਇੱਧਰ ਨੂੰ ਆ ਇਸ ਡਾਇਰੈਕਸ਼ਨ ਦੇ ਵਿੱਚ ਤੇ ਜੇਕਰ ਇਹ ਇਸ ਤਰੀਕੇ ਨਾਲ ਵਾ ਤੇ ਦੋਨਾਂ ਦੇ ਵਿੱਚ ਕੀ ਆ ਥੀਟਾ ਐਂਗਲ ਆ ਤੇ ਆਪਾਂ ਇੱਥੇ ਕੀ ਆ ਮੇਰੇ ਕਹਿਣ ਦਾ ਮਤਲਬ ਆ ਕਿ ਇੱਥੇ ਐਂਗਲ ਥੀਟਾ ਬਣਨਾ ਇਹਨਾਂ ਦੋਨਾਂ ਲੈਂਥ ਦਾ ਕਿਹਦੇ ਨਾਲ ਮੈਗਨੈਟਿਕ ਫੀਲਡ ਦੇ ਨਾਲ ਤੇ ਇਹਨਾਂ ਦਾ ਐਂਗਲ ਕਿੰਨਾ ਬਣਨਾ ਵਾ ਇਹਨਾਂ ਦਾ ਐਂਗਲ ਬਣਨਾ ਵਾ 90 ਡਿਗਰੀ। ਆਪਾਂ ਪਹਿਲਾਂ ਲਿਖ ਲੈਂਦੇ ਆ ਕਿ ਜਿਹੜੀ AB ਆਰਮ ਆ ਉਸ ਕੇਸ ਦੇ ਵਿੱਚ ਥੀਟਾ ਹੈਗਾ ਵਾ 90 ਤੇ ਜੇ sin 90 ਆ ਤਾਂ ਸਾਨੂੰ ਪਤਾ ਇਹ ਕੀ ਆਉਣਾ ਵਾ ILB। ਤੇ ਦੇਖੋ ਜੇਕਰ ਆਪਾਂ ਪਤਾ ਕਰੀਏ ਕਿ ਇਸ ਆਰਮ ਦੇ ਉੱਪਰ ਫੋਰਸ ਕਿੱਧਰ ਨੂੰ ਲੱਗਣੀ ਆ ਤਾਂ ਆਪਾਂ ਲੈਫਟ ਹੈਂਡ ਰੂਲ ਦੇ ਨਾਲ ਪਤਾ ਕਰ ਲੈਂਦੇ ਆ ਕਿ F B ਤੇ I ਮੈਗਨੈਟਿਕ ਫੀਲਡ ਜਿਹੜਾ ਵਾ ਉਹ ਇੱਧਰ ਨੂੰ ਆ ਕਰੰਟ ਉੱਪਰ ਨੂੰ ਆ ਆਪਣੀ ਉਂਗਲ ਉੱਪਰ ਨੂੰ ਚਲੇਗੀ ਤੇ ਅੰਗੂਠਾ ਕਿੱਧਰ ਨੂੰ ਗਿਆ ਅੰਦਰ ਨੂੰ ਗਿਆ ਇਹਦਾ ਮਤਲਬ ਜਿਹੜਾ ਇਹਦੇ ਉੱਪਰ ਮੈਗਨੈਟਿਕ ਫੀਲਡ ਲੱਗਣਾ ਵਾ ਨਾ ਮਤਲਬ ਮੈਗਨੈਟਿਕ ਫੀਲਡ ਨੇ ਜਿਹੜੀ ਇਹਦੇ ਉੱਪਰ ਫੋਰਸ ਲਗਾਉਣੀ ਆ ਉਹ ਕਿੱਧਰ ਨੂੰ ਲੱਗਣੀ ਆ ਉਹ ਇਨਵਰਡ ਲਗਾਉਣੀ ਆ ਇਹਦੇ ਉੱਪਰ। ਹੁਣ ਜੇ ਆਪਾਂ ਪਹਿਲਾਂ CD ਦੀ ਪਤਾ ਕਰ ਲੈਂਦੇ ਆ ਕਿ ਫੋਰਸ ਔਨ CD ਕਿਉਂਕਿ ਆਪਾਂ CD ਦਾ ਮੈਂਸ਼ਨ ਕਰ ਚੁੱਕੇ ਆ ਕਿ CD ਦਾ ਐਂਗਲ ਵੀ 90 ਹੀ ਬਣਨਾ ਵਾ ਆਪਾਂ ਉਹਨੂੰ F2 ਕਹਿ ਦਿੰਦੇ ਆ ILB sin ਥੀਟਾ ਉਹੀ ਚੀਜ਼ ਆਉਣਾ ਕਿਉਂਕਿ ਲੈਂਥ ਉਨੀ ਆ ਰੈਕਟੈਂਗੂਲਰ ਲੂਪ ਜੋ ਹੋਈ ਤੇ F2 ਕਿੰਨਾ ਆ ਗਿਆ ILB। ਹੁਣ ਇਸ ਆਰਮ ਦੇ ਉੱਪਰ ਮੈਗਨੈਟਿਕ ਫੀਲਡ ਦੁਆਰਾ ਫੋਰਸ ਕਿੱਧਰ ਨੂੰ ਲੱਗਣੀ ਆ ਫਿਰ ਲੈਫਟ ਹੈਂਡ ਰੂਲ ਲਗਾ ਕੇ ਦੇਖੋ ਕਿ ਜਿਹੜਾ ਮੈਗਨੈਟਿਕ ਫੀਲਡ ਵਾ ਉਹ ਇੱਧਰ ਨੂੰ ਆ ਕਰੰਟ ਕੀ ਆ ਨੀਚੇ ਨੂੰ ਆ ਤੇ ਫੋਰਸ ਬਾਹਰ ਨੂੰ ਆ। ਇਸ ਆਰਮ ਦੇ ਉੱਪਰ ਫੋਰਸ ਕਿਵੇਂ ਲੱਗਣੀ ਆ ਇਸ ਆਰਮ ਤੇ ਫੋਰਸ ਲੱਗਣੀ ਆ ਬਾਹਰ ਨੂੰ ਕਿਹਦੇ ਦੁਆਰਾ ਮੈਗਨੈਟਿਕ ਫੀਲਡ ਦੁਆਰਾ। ਤੇ ਜੇ ਇਸੇ ਤਰੀਕੇ ਦੇ ਨਾਲ ਤੁਸੀਂ
ਇਹ ਜਿਹੜੀ BC ਆਰਮ ਆ ਤੇ AD ਆਰਮ ਆ, ਇਹਦੇ ਉੱਤੇ ਮੈਗਨੈਟਿਕ ਫੀਲਡ ਦੁਆਰਾ ਲਗਾਈ ਗਈ ਫੋਰਸ ਦੀ ਡਾਇਰੈਕਸ਼ਨ ਪਤਾ ਕਰਦੇ ਜੋ ਤੇ ਤੁਹਾਡੇ ਕੋਲੋਂ ਇਹਦੇ ਉੱਪਰ ਡਾਇਰੈਕਸ਼ਨ ਆਉਣੀ ਆ, ਇਹਦੇ ਉੱਪਰ ਆਏਗੀ ਉੱਪਰ ਨੂੰ ਤੇ ਇਹਦੇ ਉੱਪਰ ਆਏਗੀ ਨੀਚੇ ਨੂੰ। ਇਸ ਤਰੀਕੇ ਨਾਲ ਮੈਂ ਇਹਨੂੰ F3 ਕਹਿ ਦਿੰਦਾ ਵਾਂ ਤੇ ਇਹਨੂੰ F4 ਕਹਿ ਦਿੰਦਾ ਵਾਂ। ਤੇ ਆਪਾਂ ਲਿਖ ਲੈਂਦੇ ਆ ਕਿ ਫੋਰਸ ਔਨ ਆਰਮ ਕਿਹੜੀ ਰਹਿ ਗਈ ਸਾਡੇ ਕੋਲੋਂ BC ਆਰਮ ਦੇ ਉੱਪਰ ਫੋਰਸ ਕਿਵੇਂ ਪਤਾ ਕਰਾਂਗੇ? ਦੇਖੋ ਉਹੀ ਫਾਰਮੂਲਾ ਸਾਡੇ ਕੋਲੋਂ ਕਿਹੜੇ ਵਾਲਾ F3 ਕਹਿ ਦਿੰਦੇ ਇਹਨੂੰ। F3 ਇਜ਼ ਇਕੁਅਲ ਟੂ I। ਪਹਿਲਾਂ ਆਪਾਂ L ਲਿਆ ਸੀ ਨਾ, ਹੁਣ ਛੋਟੀ b ਲੈਣੀ ਆ ਕਿਉਂਕਿ ਚੌੜਾਈ ਆ, ਬ੍ਰੈਡਥ ਆ, ਤੇ ਇੱਥੇ B ਸਾਈਨ ਥੀਟਾ। ਹੁਣ ਸਾਈਨ ਥੀਟਾ ਮੌਜੂਦ ਆ, ਮਤਲਬ ਕੀ ਆ ਕਿ ਇਹਨਾਂ ਦੇ ਵਿੱਚ ਇਸ ਲੈਂਥ ਦੇ ਵਿੱਚ ਤੇ ਇਸ ਮੈਗਨੈਟਿਕ ਫੀਲਡ ਦੇ ਵਿੱਚ ਐਂਗਲ ਬਣੇਗਾ, ਕਿਉਂਕਿ ਇਹ ਲੈਂਥ ਥੋੜੀ ਜੀ ਇਸ ਤਰੀਕੇ ਨਾਲ ਸਾਈਡ ਤੇ ਆ ਤੇ ਮੈਗਨੈਟਿਕ ਫੀਲਡ ਇੱਧਰ ਨੂੰ ਆ, ਤੇ ਇਹ ਜਿਹੜਾ ਦੋਨਾਂ ਦੇ ਵਿੱਚ ਐਂਗਲ ਬਣ ਰਿਹਾ ਮੇਰੇ ਦੋਨੋਂ ਬਾਜੂ ਦੇ ਵਿੱਚ, ਇਹ ਕੀ ਆ? ਥੀਟਾ ਵਾ। ਤੇ ਆਪਾਂ ਥੀਟਾ ਇੱਥੇ ਲਿਖ ਲਾਂਗੇ। ਤੇ ਜੇ ਹੁਣ ਆਪਾਂ ਫੋਰਸ ਔਨ ਆਰਮ ਪਤਾ ਕਰ ਲੈਂਦੇ ਆ, ਕਿਹੜੀ ਸਾਡੇ ਕੋਲੋਂ ਰਹਿ ਗਈ ਆ DA। ਉਹਦੇ ਉੱਪਰ ਫੋਰਸ F4 ਆ, ਉਹ ਕੀ ਆ? ਛੋਟੀ b ਵੱਡੀ b ਮੈਗਨੈਟਿਕ ਫੀਲਡ D ਤੇ ਸਾਈਨ ਥੀਟਾ। ਇਹ ਮੇਰੇ ਕੋਲੋਂ ਜਿਹੜੀਆਂ ਇਕੁਏਸ਼ਨਸ ਆਈਆਂ ਵਾ 1 ਨੰਬਰ 2 ਨੰਬਰ 3 ਨੰਬਰ ਤੇ 4 ਨੰਬਰ, ਇੱਥੇ ਥੀਟਾ ਮੈਂਸ਼ਨ ਕਰ ਲੈਣਾ ਕਿ ਇਹ ਥੀਟਾ ਕੀ ਆ? ਥੀਟਾ ਇਜ਼ ਐਂਗਲ ਬਿਟਵੀਨ ਲੈਂਥ, ਕਿਹੜੀ ਲੈਂਥ ਆ ਸਾਡੇ ਕੋਲੋਂ? BC ਐਂਡ ਮੈਗਨੈਟਿਕ ਫੀਲਡ। ਇੱਥੇ ਵੀ ਲਿਖ ਲੈਣਾ ਕਿ ਇਹ ਥੀਟਾ ਕੀ ਆ? ਉਨਾ ਹੀ ਐਂਗਲ ਬਣਨਾ ਵਾ ਜਿੰਨਾ ਉੱਪਰ ਬਣਿਆ ਵਾ ਤੇ ਉਨਾ ਹੀ ਨੀਚੇ ਬਣਨਾ ਵਾ। ਇਸ ਐਂਗਲ ਨੂੰ ਫੇਰ ਇੱਕ ਵਾਰੀ ਦੁਬਾਰਾ ਦੇਖ ਲਓ ਕਿ ਮੈਂ ਕਿਵੇਂ ਕਹਿ ਰਿਹਾ ਵਾਂ। ਇਹ ਲੂਪ ਪਈ ਹੋਈ ਆ, ਮੈਗਨੈਟਿਕ ਫੀਲਡ ਇੱਧਰ ਨੂੰ ਆ, ਬਿਲਕੁਲ ਤੁਹਾਡੇ ਵੱਲ ਨੂੰ ਸਿੱਧਾ। ਇਹ ਲੂਪ ਥੋੜੀ ਜਿਹੀ ਇਸ ਤਰੀਕੇ ਨਾਲ ਟੇਢੀ ਪਈ ਹੋਈ ਆ। ਹੁਣ ਦੇਖੋ ਟੇਢੀ ਪਈ ਹੋਈ ਆ ਨਾ, ਤੇ ਮੈਗਨੈਟਿਕ ਫੀਲਡ ਹੈਗਾ ਵਾ ਇੱਧਰ ਨੂੰ, ਬਿਲਕੁਲ ਇਸ ਤਰੀਕੇ ਨਾਲ ਤੁਹਾਡੇ ਵੱਲ ਨੂੰ। ਇਹ ਲੂਪ ਥੋੜੀ ਜਿਹੀ ਇਸ ਤਰੀਕੇ ਨਾਲ ਟੇਢੀ ਆ, ਤੇ ਇਹਦੀ ਜਿਹੜੀ B ਆ, ਛੋਟੀ b ਆ, ਉਹ ਇੱਧਰ ਨੂੰ ਆ, ਮੈਗਨੈਟਿਕ ਫੀਲਡ ਇੱਧਰ ਨੂੰ ਆ, ਤੇ ਆਹ ਵਾਲਾ ਜਿਹੜਾ ਐਂਗਲ ਬਣਿਆ ਇਹਨੂੰ ਆਪਾਂ ਕੀ ਕਹਿ ਰਹੇ ਆ? ਇਹਨੂੰ ਆਪਾਂ ਥੀਟਾ ਕਹਿ ਰਹੇ ਆ। ਇਸ ਜਿਹੜੀ ਚੌੜਾਈ ਦਾ ਜਿਹੜੀ ਬ੍ਰੈਡਥ ਦਾ ਇਹ ਥੀਟਾ ਵਾ। ਹੁਣ ਦੇਖੋ ਇਹ ਜਿਹੜੀ F3 ਤੇ F4 ਵਾ ਨਾ, ਇਹ ਇਹਨਾਂ ਦਾ ਲਾਈਨ ਆਫ ਐਕਸ਼ਨ ਇੱਕੋ ਆ, ਮਤਲਬ ਇਸ ਤਰੀਕੇ ਨਾਲ ਇਹਨਾਂ ਦਾ ਲਾਈਨ ਆਫ ਐਕਸ਼ਨ ਇੱਕੋ ਆ। ਤੇ ਜੇਕਰ ਇਸੇ ਲੂਪ ਦੇ ਉੱਪਰ ਆਪਾਂ ਫੋਰਸਿਸ ਦੀ ਗੱਲ ਕਰੀਏ, ਦੇਖੋ ਇਸ ਸਾਈਡ ਦੇ ਉੱਪਰ ਫੋਰਸ ਅੰਦਰ ਨੂੰ ਆ, ਇਸ ਸਾਈਡ ਤੇ ਫੋਰਸ ਬਾਹਰ ਨੂੰ ਆ, ਮਤਲਬ ਇਹ ਕੀ ਆ? ਇਹ ਅੰਦਰ ਨੂੰ ਜਾਣਾ ਵਾ, ਇਹਨੇ ਬਾਹਰ ਨੂੰ ਜਾਣਾ ਵਾ। ਤੇ ਜੇ ਉੱਪਰ ਨੀਚੇ ਵਾਲੀ ਦੀ ਗੱਲ ਕਰੀਏ ਨਾ, ਉੱਪਰ ਨੀਚੇ ਵਾਲੀ ਫੋਰਸ ਕੀ ਆ? ਇਹ ਓਨੀ ਫੋਰਸ ਨਾਲ ਉੱਪਰ ਨੂੰ ਖਿੱਚਦੀ ਪਈ ਆ, ਇਹ ਨੀਚੇ ਨੂੰ ਖਿੱਚਦੀ ਪਈ ਆ, ਤੇ ਇਹ ਫੋਰਸਿਸ ਕੀ ਆ? ਇਕੁਅਲ ਆ, ਇਕੁਅਲ ਫੋਰਸਿਸ ਆ F3 ਤੇ F4। ਇਹਦਾ ਮਤਲਬ ਇਹਨਾਂ ਨੇ ਕਿਤੇ ਨਹੀਂ ਜਾਣਾ, ਇਹਨਾਂ ਨੇ ਕੈਂਸਲ ਆਊਟ ਹੋ ਜਾਣਾ। ਪਰ ਜਿਹੜੀਆਂ ਆਰਮਸ AB ਤੇ CD ਦੇ ਉੱਪਰ ਫੋਰਸ ਆ ਨਾ, ਉਹ ਕਿਵੇਂ ਆ? ਇੱਕ ਅੰਦਰ ਨੂੰ ਤੇ ਇੱਕ ਬਾਹਰ ਨੂੰ। ਤੇ ਜੇ ਇੱਕ ਅੰਦਰ ਨੂੰ ਆ ਤੇ ਇੱਕ ਬਾਹਰ ਨੂੰ ਆ, ਤੇ ਇਹਦਾ ਜਿਹੜਾ ਸੈਂਟਰ ਆ ਜੇਕਰ ਫਿਕਸ ਹੋਵੇ ਤੇ ਇਹ ਕੀ ਆ? ਇਸ ਤਰੀਕੇ ਦੇ ਨਾਲ ਕੀ ਆ? ਰੋਟੇਟ ਕਰ ਸਕਦੀ ਆ। ਵੈਸੇ ਵੀ ਸਾਨੂੰ ਪਤਾ ਵਾ ਕਿ ਇਸ ਕੇਸ ਦੇ ਵਿੱਚ ਕੀ ਆ? ਟਾਰਕ ਲੱਗਦੀ ਪਈ ਆ। ਟਾਰਕ ਕੀ ਆ? ਟਾਰਕ ਕਪਲਸ ਆਫ ਫੋਰਸ ਜਿਹੜੀਆਂ ਵਾ ਬਣਾਉਂਦੀਆਂ ਵਾ। ਸੇਮ ਫੋਰਸ ਮਤਲਬ ਕੀ ਕਰਦੀਆਂ ਵਾ? ਉਹ ਵੱਖ-ਵੱਖ ਜਗ੍ਹਾ ਤੇ ਲੱਗਦੀਆਂ ਪਈਆਂ ਵਾ, ਤੇ ਦੋਨਾਂ ਦਾ ਲਾਈਨ ਆਫ ਐਕਸ਼ਨ ਕੀ ਆ? ਦੋਨਾਂ ਦਾ ਲਾਈਨ ਆਫ ਐਕਸ਼ਨ ਸੇਮ ਤੇ ਹੀ ਆ। ਇਸ ਕੇਸ ਦੇ ਵਿੱਚ ਦੋਨਾਂ ਦਾ ਲਾਈਨ ਆਫ ਐਕਸ਼ਨ ਸੇਮ ਸੀ ਤੇ ਦੋਨੋਂ ਇੱਕ ਦੂਜੇ ਨੂੰ ਕੈਂਸਲ ਆਊਟ ਕਰਦੀਆਂ ਪਈਆਂ ਸੀ। ਪਰ ਜਿਹੜੀ F1 ਤੇ F2 ਆ ਨਾ, ਇੱਕ ਅੰਦਰ ਨੂੰ ਆ, ਇੱਕ ਬਾਹਰ ਨੂੰ ਆ, ਤੇ ਦੋਨਾਂ ਦੇ ਲਾਈਨ ਆਫ ਐਕਸ਼ਨ ਕੀ ਆ? ਆਪਸ ਦੇ ਵਿੱਚ ਇਸ ਤਰੀਕੇ ਨਾਲ ਪੈਰਲਲ ਆ, ਇੱਕ ਅੰਦਰ ਨੂੰ ਇੱਕ ਬਾਹਰ ਨੂੰ ਜਾ ਰਹੀ ਆ। ਤੇ ਇਸ ਕਰਕੇ ਜਿਹੜੀ F1 ਆ F2 ਆ, ਇਹ ਕੈਂਸਲ ਆਊਟ ਨਹੀਂ ਹੋਈ। ਹੁਣ ਦੇਖੋ ਜੇ F1 ਤੇ F2 ਕੈਂਸਲ ਆਊਟ ਨਹੀਂ ਹੋਈ ਨਾ, ਇਹਦਾ ਮਤਲਬ ਕੀ ਹੋਇਆ ਕਿ ਇਹਨਾਂ ਨੇ ਇਸ ਲੂਪ ਨੂੰ ਕੀ ਕਰਨਾ ਵਾ? ਰੋਟੇਸ਼ਨਲ ਇਫੈਕਟ ਦੇਣਾ ਵਾ। ਤੇ ਜੇ ਰੋਟੇਸ਼ਨਲ ਇਫੈਕਟ ਦੇਣਾ ਵਾ ਤਾਂ ਸਾਨੂੰ ਪਤਾ ਵਾ ਕਿ ਰੋਟੇਸ਼ਨਲ ਇਫੈਕਟ ਕਿਹਦੇ ਕਰਕੇ ਹੁੰਦਾ ਵਾ? ਟਾਰਕ ਦੇ ਕਰਕੇ ਹੁੰਦਾ ਵਾ। ਸੋ ਟਾਰਕ ਔਨ ਲੂਪ, ਟਾਰਕ ਲੱਗੇਗੀ ਲੂਪ ਦੇ ਉੱਪਰ, ਤੇ ਟਾਰਕ ਦਾ ਫਾਰਮੂਲਾ ਕੀ ਆ? ਟਾਓ ਇਜ਼ F, ਮਤਲਬ ਕੋਈ ਵੀ ਫੋਰਸ ਲੈ ਲਓ ਦੋਨਾਂ ਦੇ ਵਿੱਚੋਂ, ਚਾਹੇ F1 ਲੈ ਲਓ ਚਾਹੇ F2 ਲੈ ਲਓ, ਕਿਉਂਕਿ ਅਸੀਂ ਦੋਨਾਂ ਫੋਰਸਿਸ ਦੇ ਵਿੱਚ, ਕਿਉਂਕਿ ਇਹ ਦੋਨੋਂ ਬਰਾਬਰ ਹੋਣੀਆਂ ਚਾਹੀਦੀਆਂ ਟਾਰਕ ਦੇ ਵਿੱਚ, ਤੇ ਦੋਨਾਂ ਚੋਂ ਇੱਕ ਦਾ ਮੈਗਨੀਟਿਊਡ ਲੈਣਾ। ਮਤਲਬ F ਤੇ ਫਿਰ ਕਿਹਦੇ ਨਾਲ ਗੁਣਾ ਕਰਨੀ ਆ? ਪਰਪੈਂਡੀਕੂਲਰ ਡਿਸਟੈਂਸ ਨਾਲ।
ਪਰਪੈਂਡੀਕੂਲਰ ਡਿਸਟੈਂਸ ਕਿਹਦੇ ਵਿੱਚ? ਬਿਟਵੀਨ ਟੂ ਫੋਰਸਿਸ, ਦੋਨਾਂ ਫੋਰਸਿਸ ਦੇ ਵਿੱਚ ਕੀ ਆ? ਪਰਪੈਂਡੀਕੂਲਰ ਡਿਸਟੈਂਸ ਲੈਣੀ ਆ। ਹੁਣ ਦੇਖੋ ਮੈਂ ਇਸੇ ਕਰਕੇ ਕੀ ਆ ਇਹਦਾ ਟੌਪ ਵਿਊ ਬਣਾ ਲਿਆ ਸੀ। ਹੁਣ ਜੇਕਰ ਮੈਂ ਇਹਦੇ ਉੱਪਰ ਗੱਲ ਕਰਾਂ ਤੇ ਇਹਦੇ ਉੱਪਰ ਫੋਰਸ ਲੱਗਦੀ ਪਈ ਆ ਇਸ ਤਰੀਕੇ ਨਾਲ ਅੰਦਰ ਨੂੰ, ਤੇ ਇਹਦੇ ਉੱਪਰ ਲੱਗਦੀ ਪਈ ਆ ਇਸ ਤਰੀਕੇ ਨਾਲ ਬਾਹਰ ਨੂੰ। ਆਪਾਂ ਇਹਨਾਂ ਦੋਨਾਂ ਫੋਰਸਿਸ ਦੇ ਵਿੱਚ ਪਰਪੈਂਡੀਕੂਲਰ ਡਿਸਟੈਂਸ ਦੇਖਣੀ ਆ। ਜੇਕਰ ਮੈਂ ਇੱਥੇ n ਪਾ ਦਾਂ ਤੇ ਦੋਨਾਂ ਫੋਰਸਿਸ ਦੇ ਵਿੱਚ ਪਰਪੈਂਡੀਕੂਲਰ ਡਿਸਟੈਂਸ ਕੀ ਆਉਣੀ ਆ? ਇਹ ਕਿਸ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਆ? ਇਹ ਬਣਾਈ ਕਿੱਦਾਂ ਵਾ ਕਿ ਇੱਕ ਅੰਦਰ ਨੂੰ ਲੱਗਦੀ ਪਈ ਆ, ਇੱਕ ਬਾਹਰ ਨੂੰ ਲੱਗਦੀ ਪਈ ਆ, ਤੇ ਅਸੀਂ ਦੋਨਾਂ ਦੇ ਵਿੱਚ ਪਰਪੈਂਡੀਕੂਲਰ ਡਿਸਟੈਂਸ ਕੀ ਕਵਾਂਗੇ? cn ਕਵਾਂਗੇ। ਤੇ ਮੈਂ ਇੱਥੇ ਕੀ ਲਿਖ ਸਕਦਾ ਵਾਂ? ਮੈਂ ਇੱਥੇ ਲਿਖ ਲੈਂਦਾ ਵਾਂ ਕਿ f × cn, cn ਪਤਾ ਕਰ ਲਓ। ਹੁਣ ਦੇਖੋ ਜੇਕਰ ਇਹ ਐਂਗਲ ਥੀਟਾ ਵਾ ਨਾ ਤੇ ਇਹ ਵੀ ਐਂਗਲ ਮੈਥਮੈਟਿਕਲੀ ਕੀ ਆ? ਥੀਟਾ ਬਣਨਾ ਵਾ। ਥੋੜਾ ਜਿਹਾ ਮੈਥਮੈਟਿਕਲੀ ਸੋਲਵ ਕਰਕੇ ਦੇਖਣਾ, ਇਹ ਐਂਗਲ ਜਿਹੜਾ ਵਾ ਥੀਟਾ ਹੀ ਬਣਨਾ ਵਾ। ਤੇ ਆਪਾਂ ਕੀ ਕਰਨਾ ਵਾ? cn ਲੈਂਥ ਪਤਾ ਕਰਨੀ ਆ। ਤੇ ਆਪਾਂ ਟਰਾਈਐਂਗਲ ਕਿਹੜੀ ਲੈਂਦੇ ਆ ਟੂ ਸੋਲਵ cn? cn ਨੂੰ ਸੋਲਵ ਕਰਨ ਲਈ ਅਸੀਂ ਕੀ ਆ? ਟਰਾਈਐਂਗਲ ਲੈਂਦੇ ਆ, ਟਰਾਈਐਂਗਲ bn ਤੇ c। ਇਹਦੇ ਵਿੱਚ ਸਾਈਨ ਥੀਟਾ ਕਿਹਦੇ ਬਰਾਬਰ ਆ? ਸਾਨੂੰ ਪਤਾ ਵਾ ਕਿ ਸਾਈਨ ਥੀਟਾ ਕਿਹਦੇ ਬਰਾਬਰ ਹੁੰਦਾ? ਪਰਪੈਂਡੀਕੂਲਰ cn ਅਪੋਨ ਹਾਈਪੋਟੇਨਿਊਜ਼ bc। ਤੇ cn ਦੀ ਵੈਲਿਊ ਕੀ ਆ ਗਈ? bc ਸਾਈਨ ਥੀਟਾ, ਤੇ bc ਕੀ ਆ? bc ਹੈਗਾ ਵਾ ਛੋਟੀ b ਸਾਈਨ ਥੀਟਾ। ਹੁਣ ਇਹ ਵਾਲੀ ਵੈਲਿਊ ਆ ਗਈ। ਅਸੀਂ ਕੀ ਆ? ਟੌਰਕ ਦੇ ਵਿੱਚ ਭਰਦੇ ਆ। ਟੌਰਕ ਕਿਹਦੇ ਬਰਾਬਰ ਆ? ਫੋਰਸ ਕਿੰਨੀ ਸੀ? ILB, ILB। ਤੇ ਸਾਈਨ ਥੀਟਾ ਦੀ ਵੈਲਿਊ ਕੀ ਆਈ ਸਾਡੇ ਕੋਲੋਂ? ਕਿਉਂਕਿ cn ਦੀ ਵੈਲਿਊ ਭਰਨੀ ਆ ਸਾਡੇ ਕੋਲੋਂ। cn ਦੀ ਵੈਲਿਊ ਕਿੰਨੀ ਆਈ? b ਸਾਈਨ ਥੀਟਾ, b ਸਾਈਨ ਥੀਟਾ। ਤੇ ਪੂਰੀ ਇਕੁਏਸ਼ਨ ਕੀ ਬਣ ਗਈ? ਟੌਰਕ ਇਜ਼ ਇਕੁਅਲ ਟੂ IL ਛੋਟੀ b ਵੱਡੀ b ਸਾਈਨ ਥੀਟਾ। L × B ਕੀ ਆ? ਲੰਬਾਈ ਗੁਣਾ ਚੌੜਾਈ, ਏਰੀਆ ਆਫ ਦਾ ਰੈਕਟੈਂਗੂਲਰ ਲੂਪ। ਟੌਰਕ ਇਜ਼ ਇਕੁਅਲ ਟੂ IAB ਸਾਈਨ ਥੀਟਾ। ਹੁਣ ਸਾਨੂੰ ਪਤਾ ਵਾ ਕਿ ਏਰੀਆ ਵੀ ਵੈਕਟਰ ਕੁਆਂਟੀਟੀ ਆ ਤੇ ਮੈਗਨੈਟਿਕ ਫੀਲਡ ਵੀ ਵੈਕਟਰ ਕੁਆਂਟੀਟੀ ਆ। ਤੇ ਅਸੀਂ ਇਹਨੂੰ ਕੀ ਲਿਖ ਲੈਂਦੇ ਆ? ਅਸੀਂ ਲਿਖ ਲੈਂਦੇ ਆ ਟਾਓ ਇਜ਼ ਇਕੁਅਲ ਟੂ IA, ਕ੍ਰਾਸ ਪ੍ਰੋਡਕਟ ਕਰਾਂਗੇ B। ਚਾਹੇ ਇਸ ਤਰੀਕੇ ਨਾਲ ਲਿਖ ਲਓ, ਚਾਹੇ ਇਸ ਤਰੀਕੇ ਨਾਲ ਲਿਖ ਲਓ। ਹੁਣ ਦੇਖੋ ਇਹਦੇ ਵਿੱਚ ਕੀ ਆ? ਜਿੰਨਾ ਇਸ ਆਰਮ ਨੇ ਮੈਗਨੈਟਿਕ ਫੀਲਡ ਦੇ ਨਾਲ ਐਂਗਲ ਬਣਾਉਣਾ ਵਾ ਨਾ, ਉਨਾ ਹੀ ਐਂਗਲ ਜਿਹੜਾ ਵਾ ਉਹ ਕਿਹਦੇ ਵਿੱਚ ਵਾ? ਮੈਗਨੈਟਿਕ ਫੀਲਡ ਤੇ ਇਸ ਲੂਪ ਦੇ ਏਰੀਆ ਵੈਕਟਰ ਦੇ ਵਿੱਚ। ਸੋ ਇਹ ਜਿਹੜਾ ਐਂਗਲ ਥੀਟਾ ਵਾ ਨਾ, ਇਹ ਹੁਣ ਉਹੀ ਐਂਗਲ ਬਣ ਜਾਏਗਾ। ਮਤਲਬ ਇਹ ਐਂਗਲ ਸੇਮ ਹੀ ਆ। ਤੇ ਜਿਹੜਾ ਆ ਐਂਗਲ ਸੀ ਨਾ ਥੀਟਾ, ਇਹ ਕੀ ਆ? ਇਹ 90 ਹੋ ਜਾਣਾ ਵਾ। ਤੇ ਜਿਹੜਾ ਆ ਐਂਗਲ ਥੀਟਾ ਵਾ ਨਾ, ਮਤਲਬ ਇਹਨਾਂ ਆਰਮਸ ਦੇ ਵਿੱਚ ਇਹ ਉਨਾ ਹੀ ਬਣਨਾ ਵਾ ਜਿੰਨਾ ਮੈਗਨੈਟਿਕ ਫੀਲਡ ਤੇ ਇਸ ਲੂਪ ਦੇ ਏਰੀਆ ਵੈਕਟਰ ਦੇ ਵਿੱਚ ਬਣਨਾ ਵਾ। ਸੋ ਸਾਡੇ ਕੋਲੋਂ ਇਹ ਵਾਲੀ ਇਕੁਏਸ਼ਨ ਆਈ। ਵੈਸੇ ਇੱਥੇ ਮੈਂ ਇੱਕ ਗੱਲ ਜਾਣਕਾਰੀ ਲਈ ਦੱਸ ਦਿੰਦਾ ਵਾਂ ਕਿ ਜਿਹੜਾ IA ਆ ਨਾ, IA ਨੂੰ ਆਪਾਂ ਕੀ ਆ? ਮੈਗਨੈਟਿਕ ਮੂਵਮੈਂਟ ਵੀ ਬੋਲਦੇ ਆ, ਮਿਊ ਨਾਲ ਵੀ ਰਿਪਰੈਜ਼ੈਂਟ ਕਰ ਦਿੰਦੇ ਆ। ਇੱਥੇ ਮੈਂ IA ਦੀ ਜਗ੍ਹਾ ਤੇ ਮਿਊ ਵੀ ਲਿਖ ਸਕਦਾ ਸਾਂ। ਮਤਲਬ ਇਕੁਏਸ਼ਨ ਬਣ ਜਾਣੀ ਸੀ ਮਿਊ B ਸਾਈਨ ਥੀਟਾ। ਸੋ ਮੇਰੇ ਕੋਲੋਂ ਕੀ ਆ? ਇਹ ਵਾਲੀ ਇਕੁਏਸ਼ਨ ਆ ਗਈ। ਇਹ ਕੀ ਆ? ਟੌਰਕ ਐਕਸਪੀਰੀਐਂਸਡ ਬਾਏ ਦਾ ਰੈਕਟੈਂਗੂਲਰ ਲੂਪ। ਹੁਣ ਦੇਖੋ ਜੇਕਰ ਇੱਥੇ ਦੋ ਲੂਪਸ ਹੋਣਗੀਆਂ, ਮਤਲਬ ਇਸ ਤਰੀਕੇ ਨਾਲ ਮੈਂ ਇੱਥੇ ਦੋ ਲੂਪਸ ਬਣਾਦਾ, ਤੇ ਜੇ ਦੋ ਲੂਪਸ ਹੋਣਗੀਆਂ ਨਾ, ਆਪਾਂ ਇਹਨੂੰ 2 ਨਾਲ ਗੁਣਾ ਕਰ ਦੇਣਾ। ਜੇ 3 ਲੂਪਸ ਹੋਣਗੀਆਂ ਤੇ 3 ਨਾਲ ਗੁਣਾ ਕਰ ਦੇਣਾ। ਤੇ ਜੇਕਰ ਮੈਂ ਕਵਾਂ ਫੋਰ n ਲੂਪਸ, ਸਾਡੇ ਕੋਲੋਂ ਕੀ ਆ? ਇੱਥੇ ਕੀ ਆ? ਇੱਥੇ n ਲੂਪਸ ਆ। ਮਤਲਬ ਇੱਕ ਟਰਨ ਬਣੀ ਹੋਈ ਆ ਰੈਕਟੈਂਗੂਲਰ, ਨਾਲ ਦੂਸਰੀ ਵੀ ਬਣੀ, ਤੀਸਰੀ ਵੀ ਬਣੀ, ਪੰਜਵੀਂ ਵੀ ਬਣੀ, ਤੇ n ਬਣੀਆਂ ਵਾ। ਤੇ ਫਿਰ ਟੌਰਕ ਕਿੰਨੀ ਐਕਸਪੀਰੀਅੰਸ ਹੋਣੀ ਆ? ਇੱਥੇ n ਲਿਖ ਦਿਓ, NIA × B। ਤੇ ਜਾਂ ਫਿਰ ਇਦਾਂ ਲਿਖ ਦਿਓ NIAB sin theta। This is the torque experienced by the n turns ਜਾਂ n rectangular loops in the magnetic field B। ਇੱਥੇ ਇਸ ਗੱਲ ਦਾ ਧਿਆਨ ਰੱਖ ਲੈਣਾ ਕਿ ਇਹ ਟੌਰਕ ਮੈਕਸਿਮਮ ਕਦੋਂ ਹੋਏਗੀ ਤੇ ਮਿਨੀਮਮ ਕਦੋਂ ਹੋਏਗੀ, ਕਿਉਂਕਿ ਸਾਨੂੰ ਇਕੁਏਸ਼ਨ ਕੀ ਦੱਸ ਰਹੀ ਆ? ਇਹ ਟੌਰਕ ਮੈਕਸਿਮਮ ਉਦੋਂ ਹੋਏਗੀ ਜਦੋਂ ਸਾਈਨ ਥੀਟਾ ਕੀ ਆ? ਮੈਕਸਿਮਮ ਵੈਲਿਊ ਦੇਗਾ। ਤੇ ਸਾਈਨ ਥੀਟਾ ਮੈਕਸਿਮਮ ਵੈਲਿਊ ਕਦੋਂ ਦਿੰਦਾ ਵਾ? ਜਦੋਂ ਥੀਟਾ 90 ਡਿਗਰੀ ਹੁੰਦਾ ਵਾ। ਤੇ ਇਹ ਟੌਰਕ ਮਿਨੀਮਮ ਕਦੋਂ ਹੋਏਗੀ? ਜਦੋਂ ਸਾਈਨ 0 ਹੋਏਗਾ। ਸਾਈਨ 90 ਕਿਵੇਂ ਬਣੇਗਾ? ਹੁਣ ਦੇਖੋ ਜਿਵੇਂ ਇਹ ਰੈਕਟੈਂਗੂਲਰ ਲੂਪ ਆ ਤੇ ਮੈਗਨੈਟਿਕ ਫੀਲਡ ਇੱਧਰ ਨੂੰ ਆ,
ਤੇ ਇਹ ਇਸ ਸਮੇਂ ਜਿਹੜਾ ਵਾ ਥੀਟਾ ਕਿੰਨਾ ਵਾ, ਥੀਟਾ 0 ਵਾ, ਕਿਉਂਕਿ ਇਹਦਾ ਏਰੀਆ ਵੈਕਟਰ ਵੀ ਕੀ ਆ, ਇੱਧਰ ਨੂੰ ਆ, ਤੇ ਮੈਗਨੈਟਿਕ ਫੀਲਡ ਵੀ ਇੱਧਰ ਨੂੰ ਆ। ਤੇ ਜੇਕਰ ਇਹ ਲੂਪ ਇਸ ਤਰੀਕੇ ਨਾਲ ਪਈ ਆ ਤੇ ਮੈਗਨੈਟਿਕ ਫੀਲਡ ਇੱਧਰ ਨੂੰ ਆ, ਹੁਣ ਇਹਦਾ ਏਰੀਆ ਵੈਕਟਰ ਕਿੱਧਰ ਨੂੰ ਆ, ਇੱਧਰ ਨੂੰ ਆ, ਤੇ ਜਿਹੜਾ ਮੈਗਨੈਟਿਕ ਫੀਲਡ ਵਾ ਉਹ ਇੱਧਰ ਨੂੰ ਆ। ਇਸ ਸਮੇਂ ਐਂਗਲ ਕਿੰਨਾ ਬਣਦਾ ਪਿਆ ਵਾ, 90 ਡਿਗਰੀ। ਜਦੋਂ ਇਹ ਕੰਡੀਸ਼ਨ ਹੋਏਗੀ ਨਾ, ਉਸ ਸਮੇਂ ਇਹ ਟਾਰਕ ਕੀ ਆ, ਮੈਕਸਿਮਮ ਹੋਏਗੀ। ਤੇ ਜਦੋਂ ਇਸ ਤਰੀਕੇ ਨਾਲ ਮੈਗਨੈਟਿਕ ਫੀਲਡ ਦੇ ਨਾਲ ਇਹਦਾ ਏਰੀਆ ਵੈਕਟਰ ਹੋਏਗਾ, ਉਸ ਸਮੇਂ ਕੀ ਆ, ਟਾਰਕ ਮਿਨੀਮਮ ਹੋਏਗੀ। ਇਹਦੇ ਵਿੱਚ ਬਹੁਤ ਧਿਆਨ ਦੇ ਨਾਲ ਤੁਸੀਂ ਐਂਗਲਸ ਜਿਹੜੇ ਆ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਕਿਉਂਕਿ ਸਾਡਾ ਜਿਹੜਾ ਇਹ ਆਰਟੀਕਲ ਆ ਇਹ ਬੈਕਬੋਨ ਵਾ ਸਾਡੇ ਨੈਕਸਟ ਇੱਕ ਵੱਡੇ ਆਰਟੀਕਲ ਦੀ, ਗਲਵੈਨੋਮੀਟਰ ਦੀ। ਕਿਉਂਕਿ ਗਲਵੈਨੋਮੀਟਰ ਦੇ ਵਿੱਚ ਜਿਹੜਾ ਅਸੀਂ ਪ੍ਰਿੰਸੀਪਲ ਯੂਜ਼ ਕਰ ਰਹੇ ਹਾਂ ਨਾ, ਉਹ ਪ੍ਰਿੰਸੀਪਲ ਕੀ ਆ, ਟਾਰਕ ਐਕਸਪੀਰੀਅੰਸਡ ਬਾਈ ਰੈਕਟੈਂਗੂਲਰ ਲੂਪ ਇਨ ਮੈਗਨੈਟਿਕ ਫੀਲਡ। ਸੋ ਇਸ ਨੂੰ ਧਿਆਨ ਨਾਲ ਦੇਖ ਲੈਣਾ ਕਿ ਇਹ ਟਾਰਕ ਦੀ ਇਕੁਏਸ਼ਨ ਕਿਵੇਂ ਆਈ ਆ, ਤੇ ਇਹ ਟਾਰਕ ਜਿਹੜੀ ਆ ਕਿਸ ਤਰੀਕੇ ਦੇ ਨਾਲ ਲੱਗਦੀ ਆ, ਸੋ ਦੈਟ ਕੀ ਆ ਕਿ ਇਹ ਰੈਕਟੈਂਗੂਲਰ ਜਿਹੜੀ ਲੂਪ ਆ ਇਹ ਸਾਨੂੰ ਰੋਟੇਸ਼ਨਲ ਇਫੈਕਟ ਦਿੰਦੀ ਆ। ਸੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਇੰਨਾ ਹੀ ਪੜਾਂਗੇ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ। ਆਸ ਕਰਦਾ ਕਿ ਤੁਹਾਨੂੰ ਇਸ ਚੀਜ਼ ਦੀ ਸਮਝ ਲੱਗ ਗਈ ਹੋਏਗੀ। ਧੰਨਵਾਦ।